ਹੈਲੋ ਬੱਚੋ, ਪਿਛਲੇ ਲੈਕਚਰ ਦੇ ਵਿੱਚ ਆਪਾਂ ਹਾਈਡਰੋਜਨ ਦੀਆਂ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਡਿਸਕਸ ਕੀਤੀਆਂ ਸੀ ਤੇ ਹਾਈਡਰੋਜਨ ਦੇ ਯੂਜ਼ਸ ਕੀਤੇ ਸੀ। ਅੱਜ ਆਪਾਂ ਬੇਟੇ ਕਰਦੇ ਹਾਂ ਕੰਪਾਊਂਡਸ ਆਫ ਹਾਈਡਰੋਜਨ, ਜਿਹਦੇ ਵਿੱਚ ਆਪਾਂ ਪਹਿਲਾਂ ਸਭ ਤੋਂ ਕਰਦੇ ਹਾਂ ਹਾਈਡਰਾਈਡਸ। ਹਾਈਡਰਾਈਡਸ ਕਿਹਨਾਂ ਨੂੰ ਕਹਿੰਦੇ ਆਪਾਂ? ਹਾਈਡਰੋਜਨ ਕਿਸੇ ਵੀ ਐਲੀਮੈਂਟ ਦੇ ਨਾਲ ਕੰਬਾਈਨ ਹੋ ਕੇ ਬਾਈਨਰੀ ਕੰਪਾਊਂਡਸ ਬਣਾਉਂਦੀ ਹੈ, ਜਿਨ੍ਹਾਂ ਨੂੰ ਅਸੀਂ ਹਾਈਡਰਾਈਡਸ ਕਹਿੰਦੇ ਹਾਂ। Hydrides are the binary compounds of dihydrogen with almost all elements. ਤਕਰੀਬਨ ਸਾਰੇ ਐਲੀਮੈਂਟਸ ਨਾਲ ਕੰਬਾਈਨ ਹੋ ਕੇ ਹਾਈਡਰੋਜਨ ਹੈ ਜਿਹੜੀ ਹਾਈਡਰਾਈਡ ਬਣਾਉਂਦੀ ਹੈ, ਐਕਸੈਪਟ ਨੋਬਲ ਗੈਸਿਸ। ਨੋਬਲ ਗੈਸਿਸ ਦੇ ਵਿੱਚ ਸਾਨੂੰ ਪਤਾ ਹੈ ਕਿ ਕੋਈ ਕੰਪਾਊਂਡ ਨਹੀਂ ਬਣਦੇ, ਪਰ ਹੁਣ ਕੁਝ ਕੰਪਾਊਂਡਸ ਬਣਦੇ ਆ ਜਿਹੜੇ ਕਿ ਆਪਾਂ +2 ਦੇ ਵਿੱਚ ਡਿਸਕਸ ਕਰਾਂਗੇ। ਪਰ ਹਾਈਡਰੋਜਨ ਨਾਲ ਕੋਈ ਕੰਪਾਊਂਡ ਨਹੀਂ ਬਣਦਾ, ਠੀਕ ਹੈ। These are formed under specific conditions. अलग-अलग कंडीशंस ਦੇ ਵਿੱਚ ਸਾਰੇ ਕੰਪਾਊਂਡ ਬਣਦੇ ਆ। ਜਨਰਲ ਫਾਰਮੂਲਾ ਆਫ ਹਾਈਡਰਾਈਡਸ ਜੇ ਆਪਾਂ ਦੇਖੀਏ EHX। E ਕੀ ਚੀਜ਼ ਹੈ ਬੇਟੇ? ਐਲੀਮੈਂਟ। ਕੋਈ ਵੀ ਐਲੀਮੈਂਟ ਦੇ ਨਾਲ H ਹੈ ਜਿਹੜਾ, X ਹੈ ਜਿਹੜੇ ਉਹਦੀ ਐਟਮਸ ਦਾ ਨੰਬਰ ਹੈ ਕਿ ਕਿੰਨੀਆਂ ਐਟਮਸ ਕੰਬਾਈਨ ਹੋਣਗੀਆਂ। ਜਿਵੇਂ ਆਪਾਂ NaH ਲੈ ਲਿਆ, ਇੱਥੇ ਇੱਕ ਐਟਮ ਹੈ, ਰੇਸ਼ੋ ਉਹਨਾਂ ਦੀ 1/1 ਹੈ। MgH2 ਹੈ, CaH2 ਹੈ। ਡਿਪੈਂਡ ਕਿਹਦੇ ਤੇ ਕਰਦਾ ਹੈ? ਇਹਦੀ ਵੈਲੈਂਸੀ ਦੇ ਉੱਤੇ, ਕਿਉਂਕਿ ਅਸੀਂ ਫਾਰਮੂਲੇ ਦੇ ਵਿੱਚ ਕੀ ਕਰਦੇ ਹਾਂ? ਵੈਲੈਂਸੀਜ਼ ਨੂੰ ਕ੍ਰਾਸ ਕਰ ਦਿੰਦੇ ਹਾਂ, ਠੀਕ ਹੈ। ਤਾਂ ਇੱਥੇ Na ਦੀ ਵੈਲੈਂਸੀ ਪਲੱਸ ਜਿਹੜੀ ਹੈਗੀ 1 ਹੁੰਦੀ ਹੈ, Mg ਦੀ +2 ਹੁੰਦੀ ਹੈ, Ca ਦੀ +2, ਕਿਉਂਕਿ ਸਾਨੂੰ ਪਤਾ ਹੈ ਕਿ ਅਲਕਲੀ ਮੈਟਲਸ ਦੇ ਨਾਲ ਜਾਂ ਅਲਕਲਾਈਨ ਅਰਥ ਮੈਟਲਸ ਦੇ ਨਾਲ ਜਦੋਂ ਹਾਈਡਰੋਜਨ ਕੰਬਾਈਨ ਹੁੰਦੀ ਹੈ ਤਾਂ ਹਮੇਸ਼ਾ ਹਾਈਡਰੋਜਨ ਦੀ ਜਿਹੜੀ ਵੈਲੈਂਸੀ ਹੈ ਨੈਗੇਟਿਵ ਹੁੰਦੀ ਹੈ। ਸਿਰਫ ਇੱਥੇ ਹੀ ਹੁੰਦੀ ਹੈ, ਬਾਕੀ ਸਭ ਦੇ ਵਿੱਚ ਹਾਈਡਰੋਜਨ ਦੀ ਵੈਲੈਂਸੀ ਪੋਜ਼ਿਟਿਵ ਹੁੰਦੀ ਹੈ, ਠੀਕ ਹੈ। ਤੇ E ਕੀ ਚੀਜ਼ ਹੈ? ਐਲੀਮੈਂਟ ਹੈ। ਜਾਂ ਕੀ ਫਾਰਮੂਲਾ ਹੋ ਸਕਦਾ ਹੈ ਬੇਟੇ ਇਹਨਾਂ ਦਾ? EMHN। ਇਹ ਕੀ ਹੈ? ਨੰਬਰ ਆਫ ਐਟਮਸ। ਤਾਂ ਜਿਵੇਂ ਐਗਜ਼ਾਮਪਲ ਆਪਾਂ ਲੈ ਲਈ B2H6, ਇਹਨੂੰ ਅਸੀਂ ਡਾਈਬੋਰੇਨ ਕਹਿੰਦੇ ਹਾਂ। ਇਹਨਾਂ ਨੂੰ ਬੇਟੇ ਇਸ ਕੰਪਾਊਂਡ ਨੂੰ ਆਪਾਂ ਡਿਟੇਲ ਦੇ ਵਿੱਚ ਜਦੋਂ ਆਪਾਂ P ਬਲੌਕ ਐਲੀਮੈਂਟਸ ਕਰਾਂਗੇ ਨਾ, ਉੱਥੇ ਬੋਰੋਨ P ਬਲੌਕ ਦੇ ਵਿੱਚ ਆਉਂਦਾ ਹੈ, ਪੀਰੀਓਡਿਕ ਟੇਬਲ ਦੇ ਵਿੱਚ ਆਪਾਂ ਪੜ੍ਹਿਆ ਹੋਇਆ, ਤੇ ਉੱਥੇ ਆਪਾਂ ਇਹਦੀ ਜਿਹੜੀ ਹੈ ਸਟੱਡੀ ਹੈ ਕਰਾਂਗੇ, ਠੀਕ ਹੈ। ਹੁਣ ਆਪਾਂ ਇਹਨੂੰ ਡਿਸਕਸ ਨਹੀਂ ਕਰਨਾ, ਹੁਣ ਆਪਾਂ ਸਿਰਫ ਇਹਦੀ ਯਾਦ ਰੱਖ ਲਓ ਕਿ ਐਗਜ਼ਾਮਪਲ ਹੈ ਹਾਈਡਰਾਈਡ ਦੀ, ਬੋਰੋਨ ਦਾ ਹਾਈਡਰਾਈਡ, ਜਿਨ੍ਹਾਂ ਨੂੰ ਅਸੀਂ ਬੋਰੇਨਸ ਕਹਿੰਦੇ ਹੁੰਦੇ ਹਾਂ। ਹਾਈਡਰਾਈਡਸ ਆਫ ਬੋਰੋਨ ਆਰ ਕਾਲਡ ਬੋਰੇਨਸ, ਠੀਕ ਹੈ। ਜਿਵੇਂ ਕਾਰਬਨ ਦੇ ਹਾਈਡਰਾਈਡਸ ਨੂੰ ਅਸੀਂ ਜਿਹੜੇ ਕਾਰਬਨ ਕੰਪਾਊਂਡ ਹਾਈਡਰੋਕਾਰਬਨਸ ਕਹਿੰਦੇ ਆ ਨਾ, ਅਲਕੇਨਸ ਕਹਿੰਦੇ ਆ, ਤਾਂ ਇਹ ਬੋਰੇਨਸ ਹੈ ਜਿਹੜੇ ਬੋਰੋਨ ਦੇ ਅਲਕੇਨਸ ਵਰਗੀ ਫਾਰਮੂਲਾ ਹੁੰਦਾ, ਤੇ ਇਸ ਕਰਕੇ ਇਹਨੂੰ ਬੋਰੇਨਸ ਕਿਹਾ ਜਾਂਦਾ ਹੈ, ਠੀਕ ਹੈ। ਨਾਮ ਇਹਦਾ ਇਸ ਕਰਕੇ ਰੱਖਿਆ ਜਾਂਦਾ ਹੈ ਬੋਰੇਨਸ। ਹੁਣ ਆਪਾਂ ਕਰਦੇ ਹਾਂ ਬੇਟੇ ਕਲਾਸੀਫਿਕੇਸ਼ਨ ਆਫ ਹਾਈਡਰਾਈਡਸ। ਹਾਈਡਰਾਈਡਸ ਹੈ ਜਿਹੜੇ ਹਾਈਡਰੋਜਨ ਦੇ, ਉਹ ਬਹੁਤ ਇੰਪੋਰਟੈਂਟ ਹੈ ਬੇਟੇ। ਇਹ ਹਾਈਡਰਾਈਡ 3 ਤਰ੍ਹਾਂ ਦੇ ਹਾਈਡਰਾਈਡ ਹੈ ਜਿਹੜੇ ਬਣਾਉਂਦਾ ਹੈ। ਆਪਾਂ ਕਲਾਸੀਫਾਈ ਕਰਦੇ ਹਾਂ ਸਾਰੇ ਹਾਈਡਰਾਈਡਸ ਨੂੰ 3 ਕੈਟੇਗਰੀਜ਼ ਦੇ ਵਿੱਚ, ਠੀਕ ਹੈ। ਥੀਸ ਆਰ ਕਲਾਸੀਫਾਈਡ ਇਨਟੂ 3 ਕੈਟੇਗਰੀਜ਼: ਆਇਨਿਕ, ਕੋਵਲੈਂਟ ਐਂਡ ਮੈਟੈਲਿਕ, ਠੀਕ ਹੈ। ਤੇ 3 ਤਰ੍ਹਾਂ ਦੇ ਹਾਈਡਰਾਈਡ ਬਣਾਉਂਦੀ ਹੈ ਹਾਈਡਰੋਜਨ। ਆਇਨਿਕ, ਉਹਨਾਂ ਨੂੰ ਅਸੀਂ ਸੈਲਾਈਨ ਹਾਈਡਰਾਈਡ ਵੀ ਕਹਿ ਦਿੰਦੇ ਹਾਂ, ਜਾਂ ਸਾਲਟ ਲਾਈਕ। ਸੈਲਾਈਨ ਦਾ ਮਤਲਬ ਸਾਲਟ ਲਾਈਕ ਹਾਈਡਰਾਈਡਸ, ਚਾਹੇ ਤੁਸੀਂ ਇਹਨੂੰ ਆਇਨਿਕ ਕਹਿ ਲਓ, ਚਾਹੇ ਸਾਲਟ ਲਾਈਕ ਕਹਿ ਲਓ, ਚਾਹੇ ਸੈਲਾਈਨ ਕਹਿ ਲਓ, ਹਾਈਡਰਾਈਡਸ। ਦੂਸਰੀ ਤਰ੍ਹਾਂ ਦੇ ਜਿਹੜੇ ਹੈਗੇ ਉਹ ਕੋਵੈਲੈਂਟ ਔਰ ਮੋਲੀਕੂਲਰ ਹਾਈਡਰਾਈਡਸ ਹੁੰਦੇ ਆ। ਤੀਸਰੀ ਤਰ੍ਹਾਂ ਦੇ ਬੇਟੇ ਹਾਈਡਰਾਈਡਸ ਹੁੰਦੇ ਆ ਮੈਟੈਲਿਕ ਔਰ ਨਾਨ ਸਟੋਕਿਓਮੈਟ੍ਰਿਕ ਹਾਈਡਰਾਈਡਸ। ਹੁਣ ਸਟੋਕਿਓਮੈਟ੍ਰਿਕ ਤੇ ਨਾਨ ਸਟੋਕਿਓਮੈਟ੍ਰਿਕ ਦਾ ਮਤਲਬ ਕੀ ਹੁੰਦਾ ਬੇਟੇ? ਸਟੋਕਿਓਮੈਟ੍ਰਿਕ ਉਹ ਹੁੰਦਾ ਤਾਂ ਆਪਾਂ ਕੀਤੀਆਂ ਸੀ ਨਾ ਪਹਿਲੇ ਚੈਪਟਰ ਦੇ ਵਿੱਚ, ਸਟੋਕਿਓਮੈਟ੍ਰਿਕ ਕੈਲਕੂਲੇਸ਼ਨਸ, ਜਿਹੜੀਆਂ ਕਿ ਰੇਸ਼ੋ ਤੇ ਡਿਪੈਂਡ ਕਰਦੀਆਂ, ਜਿਹੜੀ ਆਪਾਂ ਬੈਲੈਂਸਡ ਕੈਮੀਕਲ ਇਕੁਏਸ਼ਨ ਦੀ ਸਟੋਕਿਓਮੈਟਰੀ ਦੇ ਉੱਤੇ, ਮਤਲਬ ਕਿੰਨੇ ਨੰਬਰ ਆਫ ਮੋਲਸ ਹੈ ਕਿਸੇ ਸਬਸਟੈਂਸ ਦੇ, ਉਹਦੇ ਉੱਤੇ ਡਿਪੈਂਡ ਕਰਦੀਆਂ ਸੀ। ਤਾਂ ਸਟੋਕਿਓਮੈਟ੍ਰਿਕ ਦਾ ਮਤਲਬ ਹੁੰਦਾ ਬੇਟੇ ਉਹ ਕੰਪਾਊਂਡਸ ਜਿਨ੍ਹਾਂ ਦੇ ਵਿੱਚ ਜਿਹੜੀ ਐਟਮਸ ਦੀ ਰੇਸ਼ੋ ਹੁੰਦੀ ਹੈ, ਜੋ ਫਾਰਮੂਲੇ ਦੇ ਵਿੱਚ ਹੁੰਦੀ ਹੈ ਉਹੀ ਅਸਲ ਦੇ ਵਿੱਚ ਹੁੰਦੀ ਹੈ। ਨਾਨ ਸਟੋਕਿਓਮੈਟ੍ਰਿਕ ਜੋ ਐਕਚੁਅਲ ਫਾਰਮੂਲੇ ਦੇ ਵਿੱਚ ਹੁੰਦੀ ਹੈ, ਉਹ ਵਾਲੀ ਰੇਸ਼ੋ ਅਸਲ ਦੇ ਵਿੱਚ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਨਾਨ ਸਟੋਕਿਓਮੈਟ੍ਰਿਕ ਕਹਿ ਦਿੰਦੇ ਹਾਂ। ਮਤਲਬ ਜਿਵੇਂ ਆਪਾਂ ਲੈ ਲਿਆ NaH, ਹੁਣ ਇੱਥੋਂ ਸਾਨੂੰ ਕਲੀਅਰ ਹੋ ਰਿਹਾ ਕਿ ਇਹਨਾਂ ਦੋਨਾਂ ਐਟਮਸ ਦੀ ਰੇਸ਼ੋ ਹੈ ਜਿਹੜੀ 1/1 ਹੈ। ਇੱਕ ਐਟਮ ਇਹਦੀ ਹੈ, ਇੱਕ ਐਟਮ ਇਹਦੀ ਹੈ, ਇਹੀ ਅਸਲ 'ਚ ਵੀ ਹੋਏਗੀ, ਠੀਕ ਹੈ। ਪਰ ਜੇ ਹੁਣ ਆਪਾਂ ਕਹੀਏ ਕਿ Na ਤੇ H ਇਹਨਾਂ ਦੀ ਵਿੱਚ ਅਸਲ ਦੇ ਵਿੱਚ ਇਹਨਾਂ ਦੀ ਰੇਸ਼ੋ 1/1 ਨਾ ਹੋਵੇ, ਜਾਂ ਹਾਈਡਰੋਜਨ ਦੀ ਘੱਟ ਹੋਵੇ, ਥੋੜੀ ਬਹੁਤ ਪੁਆਇੰਟਾਂ 'ਚ ਆ ਜਾਵੇ, ਜਾਂ ਇਹਦੀ ਪੁਆਇੰਟਾਂ 'ਚ ਆ ਜਾਵੇ, ਤਾਂ ਇਹਨੂੰ ਅਸੀਂ ਨਾਨ ਸਟੋਕਿਓਮੈਟ੍ਰਿਕ ਕਹਾਂਗੇ। ਕਲੀਅਰ ਹੋ ਗਿਆ? ਤਾਂ ਇਹ ਸਟੋਕਿਓਮੈਟ੍ਰਿਕ ਹੁੰਦੇ ਆ।
ਮੈਟੈਲਿਕ ਜਿਹੜੇ ਸੋਲਿਡਸ ਉਹਨਾਂ ਨੂੰ ਅਸੀਂ ਨਾਨ ਸਟੋਕਿਓਮੈਟ੍ਰਿਕ ਕਹਿੰਦੇ ਆ, ਕਿਉਂਕਿ ਉਹਨਾਂ ਦੀ ਰੇਸ਼ੋ ਕਈ ਵਾਰੀ ਸੇਮ, ਆਮ ਤੌਰ ਤੇ ਹੀ ਸੇਮ ਨਹੀਂ ਹੁੰਦੀ। ਠੀਕ ਹੈ, ਪਹਿਲਾਂ ਆਪਾਂ ਸਾਰਿਆਂ ਨੂੰ ਬੇਟੇ ਡਿਟੇਲ ਦੇ ਵਿੱਚ ਡਿਸਕਸ ਕਰਨਾ ਹੈ। ਸ਼ੁਰੂ ਆਪਾਂ ਕਰਦੇ ਹਾਂ ਆਇਨਿਕ ਔਰ ਸੇਲਾਈਨ ਹਾਈਡਰਾਈਡਸ। ਹੁਣ ਇਹ ਕਿਹੜੇ ਕੰਪਾਊਂਡਸ ਬਣਾਉਂਦੇ ਆ, ਕਿਹੜੇ ਐਲੀਮੈਂਟਸ ਹੈ ਹਾਈਡਰੋਜਨ ਨਾਲ ਮਿਲ ਕੇ ਆਇਨਿਕ ਕੰਪਾਊਂਡਸ ਬਣਾਉਂਦੇ ਆ ਜਾਂ ਆਇਨਿਕ ਹਾਈਡਰਾਈਡਸ ਬਣਾਉਂਦੇ ਆ। ਇਹ ਬੇਟੇ ਆਇਨਿਕ ਸਿਰਫ ਉਹ ਬਣਾਉਣਗੇ ਜਿਹੜੇ ਬਹੁਤ ਈਜ਼ੀਲੀ ਇਲੈਕਟ੍ਰੋਨ ਨੂੰ ਲੂਜ਼ ਕਰ ਸਕਦੇ ਆ। ਤਾਂ ਈਜ਼ੀਲੀ ਇਲੈਕਟ੍ਰੋਨ ਨੂੰ ਲੂਜ਼ ਕਿਹੜੇ ਸਪੀਸ਼ੀਜ਼ ਕਰ ਸਕਦੀਆਂ ਜਾਂ ਕਿਹੜੇ ਐਲੀਮੈਂਟਸ ਕਰ ਸਕਦੇ ਪੀਰੀਓਡਿਕ ਟੇਬਲ ਦੇ ਵਿੱਚ? ਗਰੁੱਪ 1 ਤੇ ਗਰੁੱਪ 2 ਦੇ ਐਲੀਮੈਂਟਸ, ਜਿਹਨੂੰ ਅਸੀਂ ਐਸ ਬਲੌਕ ਐਲੀਮੈਂਟਸ ਕਹਿੰਦੇ ਆ। ਇਹ ਬਹੁਤ ਆਸਾਨੀ ਨਾਲ ਇਲੈਕਟ੍ਰੋਨ ਛੱਡ ਦਿੰਦੇ ਆ। ਛੱਡ ਕੇ ਇਲੈਕਟ੍ਰੋਨ ਕਿਹਨੂੰ ਦੇ ਦਿੰਦੇ ਆ? ਹਾਈਡਰੋਜਨ ਨੂੰ। ਤੇ ਕੰਪਾਊਂਡ ਕਿੱਦਾਂ ਦੇ ਬਣਾਉਣਗੇ? ਆਇਨਿਕ ਹਾਈਡਰਾਈਡ। ਕਿਹੜੇ ਹੋਣਗੇ? ਆਇਨਿਕ। ਸਿਰਫ ਐਸ ਬਲੌਕ ਦੇ ਐਲੀਮੈਂਟਸ ਹੈ ਜਿਹੜੇ ਉਹ ਆਇਨਿਕ ਹਾਈਡਰਾਈਡਸ ਬਣਾਉਣਗੇ। These are hydrides formed between hydrogen and electropositive elements of group 1 and 2 of S block. क्योंकि सिर्फ electropositive element ही आयनिक बना सकता है हाइड्राइड। These are stoichiometric in nature. Stoichiometric ਹੁੰਦੇ मतलब रेशो जो सानू chemical फार्मूले ਦੇ ਵਿੱਚ रेशो नजर आ रही है एक्चुअल भी ਉਹਨਾਂ ਦੀ ਉਹੀ रेशो होएगी। ठीक है, means the hydrogen and metal, ਹਾਈਡਰੋਜਨ ਤੇ ਮੈਟਲ, ਜਿਹੜੀ ਵੀ ਮੈਟਲ ਨਾਲ ਮਿਲ ਕੇ, ਸੋਡੀਅਮ ਨਾਲ ਮਿਲ ਕੇ, ਮੈਗਨੀਸ਼ੀਅਮ ਨਾਲ ਜਾਂ ਕੈਲਸ਼ੀਅਮ ਨਾਲ, ਜਿਹਦੇ ਨਾਲ ਵੀ ਇਹਨੇ ਕੰਪਾਊਂਡ ਬਣਾਇਆ ਹਾਈਡਰੋਜਨ ਨੇ ਮਿਲ ਕੇ, ਹਾਈਡਰੋਜਨ ਐਂਡ ਮੈਟਲ ਕੰਬਾਈਨ ਇਨ ਦਾ ਸੇਮ ਰੇਸ਼ੋ, ਉਸੇ ਰੇਸ਼ੋ 'ਚ ਕੰਬਾਈਨ ਹੋਣਗੇ ਐਜ਼ ਪ੍ਰੀਡਿਕਟਡ ਬਾਈ देयर ਫਾਰਮੂਲੇ। ਜਿਹੜਾ ਉਹਦੇ ਫਾਰਮੂਲੇ ਦੇ ਵਿੱਚ ਪ੍ਰੀਡਿਕਟ ਕੀਤਾ ਹੋਇਆ ਜਿਹੜੀ ਰੇਸ਼ੋ, ਅਸਲ ਦੇ ਵਿੱਚ ਵੀ ਉਹੀ ਰੇਸ਼ੋ ਦੇ ਵਿੱਚ ਕੰਬਾਈਨ ਹੋਣਗੇ। ਠੀਕ ਹੈ, ਉਹਨਾਂ ਨੂੰ ਅਸੀਂ ਇਸੇ ਕਰਕੇ ਅਸੀਂ ਉਹਨਾਂ ਨੂੰ ਸਟੋਕਿਓਮੈਟ੍ਰਿਕ ਇਨ ਨੇਚਰ ਕਹਿੰਦੇ ਹਾਂ। क्लियर? कोवलेंट करैक्टर इज फाउंड इन लाइटर मैटल हाइड्राइड्स, मतलब इसे दे विचों एल्कली मैटल्स दे विचों या अल्कलाइन अर्थ मैटल दे विचों बेटे कई ਜਿਹੜੇ ਹੈਗੇ ਐਲੀਮੈਂਟਸ ਜਿਹੜੇ ਹਾਈਡਰਾਈਡ ਬਣਾਉਂਦੇ ਉਹਨਾਂ ਦੀ ਨੇਚਰ ਥੋੜੀ ਕੋਵਲੈਂਟ ਵੀ ਹੁੰਦੀ ਹੈ, ਉਹਨਾਂ ਦੇ ਵਿੱਚ ਕੋਵਲੈਂਟ ਕਰੈਕਟਰ ਵੀ ਪਾਇਆ ਗਿਆ ਹੈ, ਸੱਚ ਐਜ਼ ਲੀਥੀਅਮ ਹਾਈਡਰਾਈਡ, ਬੈਰੀਲੀਅਮ ਹਾਈਡਰਾਈਡ, ਮੈਗਨੀਸ਼ੀਅਮ ਹਾਈਡਰਾਈਡ। ਇਹਨਾਂ ਦੇ ਵਿੱਚ ਕੋਵਲੈਂਟ ਕਰੈਕਟਰ ਹੁੰਦਾ ਹੈ। ਅਸਲ ਦੇ ਵਿੱਚ ਬਾਕੀ ਸਾਰੇ ਕੀ ਬਣਾਉਂਦੇ ਆ? ਆਮ ਤੌਰ ਤੇ ਕੀ ਬਣਾਉਂਦੇ? ਆਇਨਿਕ। ਪਰ ਕੁਸ਼ਕ ਦੇ ਵਿੱਚ ਕੀ ਹੁੰਦਾ ਹੈ? ਉਹਨਾਂ ਦੇ ਵਿੱਚ ਕੋਵੈਲੈਂਟ ਕਰੈਕਟਰ ਹੈ ਜਿਹੜਾ ਉਹ ਵੀ ਹੋਏਗਾ। ਹੁਣ ਇਹ ਤੇ ਯਾਦ ਰੱਖਣਾ ਹੈ ਕਿ ਆਇਨਿਕ ਕੰਪਾਊਂਡਸ ਜਾਂ ਆਇਨਿਕ ਹਾਈਡਰਾਈਡਸ ਕੌਣ ਬਣਾਉਂਦੇ ਆ? ਐਸ ਬਲੌਕ ਦੇ ਐਲੀਮੈਂਟਸ, ਕਿਉਂਕਿ ਸਾਰੇ ਡਿਫਰੈਂਟ ਪੜਾਂਗੇ ਹੁਣ ਆਪਾਂ। ਕਲੀਅਰ? ਹੁਣ ਆਪਾਂ ਬੇਟੇ ਜਿਹੜੀ ਇਹਨਾਂ ਦੀ ਕੀ ਕਰੈਕਟਰਸ ਹੁੰਦੇ ਆ ਆਇਨਿਕ ਹਾਈਡਰਾਈਡਸ ਦੇ? ਆਇਨਿਕ ਹਾਈਡਰਾਈਡਸ ਆਰ ਕ੍ਰਿਸਟਲਾਈਨ, ਨॉन ਵੋਲਾਟਾਈਲ ਐਂਡ ਨॉन ਕੰਡਕਟਿੰਗ ਇਨ ਸੋਲਿਡ ਸਟੇਟ। ਹੁਣ ਆਇਨਿਕ ਹਾਈਡਰਾਈਡ ਹੈ ਜਿਹੜੇ ਬੇਟੇ ਉਹ ਕ੍ਰਿਸਟਲਾਈਨ ਹੁੰਦੇ ਆ। ਜਿਹੜੀ ਵੀ ਕੰਪਾਊਂਡ ਆਇਨਿਕ ਹੁੰਦਾ ਹੈ ਨਾ, ਉਹ ਬੇਟੇ ਬਹੁਤ ਮਤਲਬ ਇੱਕ ਪ੍ਰੋਪਰ ਅਰੇਂਜਮੈਂਟ ਬਣਾ ਲੈਂਦੇ ਆ ਆਪਣਾ। ਠੀਕ ਹੈ, ਇੱਕ ਨੈਟਵਰਕ ਬਣਾ ਕੇ ਰਹਿੰਦੇ ਆ। ਇਸ ਕਰਕੇ ਕੀ ਹੋਣਗੇ? ਕ੍ਰਿਸਟਲਾਈਨ ਅਸੀਂ ਕਿਹਨੂੰ ਕਹਿੰਦੇ ਆ? ਜਿਹਦਾ ਇੱਕ ਪ੍ਰੋਪਰ ਆਰਡਰ ਹੁੰਦਾ ਹੈ, ਇੱਕ ਪ੍ਰੋਪਰ ਜਿਹੜਾ ਅਰੇਂਜਮੈਂਟ ਬਣਿਆ ਹੁੰਦਾ ਉਹਨੂੰ ਅਸੀਂ ਕ੍ਰਿਸਟਲਾਈਨ ਕਹਿੰਦੇ ਆ। ਨॉन ਵੋਲਾਟਾਈਲ, ਕਿਉਂਕਿ ਉਹ ਇੱਕ ਦੂਜੇ ਦੇ ਨਾਲ ਕਲੋਜ਼ਲੀ ਪੈਕਡ ਹੋਣਗੇ, ਕਿਉਂਕਿ ਇਹਨਾਂ ਦੇ ਵਿੱਚ ਆਇਨਸ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸਿਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦੀਆਂ, ਇਸ ਕਰਕੇ ਉਹ ਵੋਲਾਟਾਈਲ ਨਹੀਂ ਹੋਣਗੇ। ਵੋਲਾਟਾਈਲ ਦਾ ਮਤਲਬ ਉਹ ਵੈਪਰਸ ਨਹੀਂ ਬਣਾ ਸਕਦੇ ਈਜ਼ੀਲੀ। ਕਲੀਅਰ? ਐਂਡ ਨॉन ਕੰਡਕਟਿੰਗ ਇਨ ਸੋਲਿਡ ਸਟੇਟ। ਨॉन ਕੰਡਕਟਿੰਗ ਮਤਲਬ ਕੀ ਹੈ? ਇਹਨਾਂ ਦੇ ਵਿੱਚੋਂ ਇਲੈਕਟ੍ਰਿਸਿਟੀ ਕੰਡਕਟ ਨਹੀਂ ਹੁੰਦੀ, ਇਲੈਕਟ੍ਰਿਸਿਟੀ ਪਾਸ ਨਹੀਂ ਕਰ ਸਕਦੀ ਜਦੋਂ ਸੋਲਿਡ ਸਟੇਟ ਹੈ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਮੂਵਮੈਂਟ ਹੀ ਨਹੀਂ ਹੋ ਸਕਦੀ। ਆਇਨਸ ਤਾਂ ਹੈਗੇ ਆ, ਇਲੈਕਟ੍ਰਿਸਿਟੀ ਦੋ ਤਰ੍ਹਾਂ ਨਾਲ ਪਾਸ ਹੋ ਸਕਦੀ ਹੈ ਬੇਟੇ, ਇੱਕ ਆਇਨਸ ਦੀ ਮੂਵਮੈਂਟ ਨਾਲ, ਇੱਕ ਇਲੈਕਟ੍ਰੋਨਸ ਦੀ ਮੂਵਮੈਂਟ ਨਾਲ। ਤਾਂ ਆਇਨਸ ਤਾਂ ਇਹਨਾਂ ਕੋਲ ਹੈਗੇ ਆ, ਇਹ ਕੰਡਕਟਿੰਗ ਨੇਚਰ ਦੇ ਹੁੰਦੇ ਆ ਇਲੈਕਟ੍ਰੋਲਾਈਟਸ। ਠੀਕ ਹੈ, ਪਰ ਇਹ ਕਿਉਂ ਨਹੀਂ ਹੈਗੇ ਉਦੋਂ? ਕਿਉਂਕਿ ਇਹਨਾਂ ਦੀ ਜਿਹੜੇ ਜਦੋਂ ਸੋਲਿਡਸ ਹੈ ਉਦੋਂ ਇਹ ਕੰਡਕਟਿੰਗ ਨੇਚਰ ਦੇ ਨਹੀਂ ਹੋਣੇ, ਕਿਉਂਕਿ ਆਇਨਸ ਮੂਵ ਨਹੀਂ ਕਰ ਸਕਦੇ, ਕਲੋਜ਼ਲੀ ਪੈਕਡ ਹੁੰਦੇ ਆ। ਤਾਂ ਜੇ ਮੂਵ ਕਰਨਗੇ, ਮੂਵਮੈਂਟ ਆਫ ਆਇਨ ਔਰ ਮੂਵਮੈਂਟ ਆਫ ਇਲੈਕਟ੍ਰੋਨ ਇਜ਼ ਕਾਲਡ ਇਲੈਕਟ੍ਰਿਸਿਟੀ। ਠੀਕ ਹੈ, ਉਹਨੂੰ ਅਸੀਂ ਇਲੈਕਟ੍ਰਿਸਿਟੀ ਕਹਿੰਦੇ ਆ। ਤਾਂ ਇਲੈਕਟ੍ਰਿਸਿਟੀ ਇਹਦੇ ਵਿੱਚੋਂ ਪਾਸ ਹੀ ਨਹੀਂ ਕਰ ਸਕਦੀ ਕਿਉਂਕਿ ਇਹ ਸੋਲਿਡ ਸਟੇਟ ਦੇ ਵਿੱਚ ਹੈ, ਇਹਦੇ ਆਇਨਸ ਮੂਵ ਹੀ ਨਹੀਂ ਕਰਨਗੇ। ਠੀਕ ਹੈ, ਇਨ ਮੋਲਟਨ ਸਟੇਟ, ਮੋਲਟਨ ਸਟੇਟ ਮਤਲਬ ਜਦੋਂ ਅਸੀਂ ਇਹਨੂੰ ਪਿਘਲਾ ਦਈਏ। ਠੀਕ ਹੈ, ਲਿਕੁਇਡ ਸਟੇਟ ਦੇ ਵਿੱਚ ਲਿਆਏ ਆ। ਇਨ ਮੋਲਟਨ ਸਟੇਟ ਦੇ ਕੰਡਕਟ ਇਲੈਕਟ੍ਰਿਸਿਟੀ, ਇਲੈਕਟ੍ਰਿਸਿਟੀ ਤਾਂ ਕੰਡਕਟ ਕਰਨਗੇ ਹੀ ਕਰਨਗੇ। ਜਿਹੜੀ ਚੀਜ਼ ਆਇਨਿਕ ਹੈ ਉਹਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਹੋਏਗੀ। ਕਿਉਂ? ਕਿਉਂਕਿ ਜਦੋਂ ਉਹ ਜਿਹੜਾ ਮੋਲਟਨ ਸਟੇਟ 'ਚ ਆ ਗਿਆ ਉਦੋਂ ਆਇਨਸ ਮੂਵ ਕਰ ਸਕਦੇ ਆ, ਤੇ ਮੂਵਮੈਂਟ ਆਫ ਆਇਨ ਹੈ ਜਿਹੜੀ ਉਹਦੇ ਨਾਲ ਕੰਡਕਟਿਸਿਟੀ ਜਿਹੜੀ ਕੰਡਕਟ ਹੋਏਗੀ।
ਐਂਡ ਔਨ ਇਲੈਕਟ੍ਰੋਲਿਸਿਸ, ਜਦੋਂ ਅਸੀਂ ਇਲੈਕਟ੍ਰੋਲਿਸਿਸ ਕਰਦੇ ਹਾਂ, ਇਲੈਕਟ੍ਰੋਲਿਸਿਸ ਦਾ ਮਤਲਬ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰੀਏ ਇਹਨਾਂ ਦੇ ਵਿੱਚੋਂ, ਮੋਲਟਨ ਸਟੇਟ ਦੇ ਵਿੱਚੋਂ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰੀਦੀ ਹੈ ਇਹਦੇ ਹਾਈਡਰਾਈਡ ਦੇ ਵਿੱਚੋਂ, ਦੇ ਲਿਬਰੇਟ ਡਾਈਹਾਈਡਰੋਜਨ ਗੈਸ ਐਟ ਐਨੋਡ। ਸਾਨੂੰ ਪਤਾ ਹੈ ਕਿ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਦੇ ਹਾਂ ਤਾਂ ਇਲੈਕਟ੍ਰੋਲਿਟਿਕ ਸੈੱਲ ਬਣ ਜਾਂਦਾ ਹੈ, ਉਦੋਂ ਐਨੋਡ ਹੈ ਨਾ ਬੇਟੇ, ਉਹ ਹਮੇਸ਼ਾ ਪੋਜ਼ਿਟਿਵ ਪੋਲ ਹੁੰਦਾ ਹੈ, ਇਹਨੂੰ ਯਾਦ ਰੱਖਣਾ। ਐਨੋਡ ਪੋਜ਼ਿਟਿਵ ਹੋਏਗਾ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ, ਜਦੋਂ ਅਸੀਂ ਇਲੈਕਟ੍ਰੋਲਿਸਿਸ ਕਰਦੇ ਹਾਂ, ਠੀਕ ਹੈ। ਤਾਂ ਐਨੋਡ ਦੇ ਉੱਤੇ ਹਾਈਡਰੋਜਨ ਇਹ ਲਿਬਰੇਟ ਕਰਦੇ ਆ ਜਦੋਂ ਅਸੀਂ ਇਹਨਾਂ ਦੇ ਵਿੱਚੋਂ ਮੋਲਟਨ ਸਟੇਟ ਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਕਰਾਂਗੇ। ਜਿਵੇਂ ਆਪਾਂ ਐਗਜ਼ਾਮਪਲ ਲੈ ਲਈ, ਸੋਡੀਅਮ ਹਾਈਡਰਾਈਡ ਦੀ ਅਸੀਂ ਇਲੈਕਟ੍ਰੋਲਿਸਿਸ ਕੀਤੀ, ਅਸੀਂ ਇਲੈਕਟ੍ਰਿਕ ਕਰੰਟ ਪਾਸ ਕੀਤਾ ਇਹਦੇ ਚੋਂ। ਸੋਡੀਅਮ ਹਾਈਡਰੋਕਸਾਈਡ ਲਿਆ ਲਿਕੁਇਡ ਫਾਰਮ ਦੇ ਵਿੱਚ, ਸੋਲਿਡ 'ਚ ਨਹੀਂ, ਸੋਲਿਡ 'ਚ ਤਾਂ ਇਹ ਕੰਡਕਟ ਹੀ ਨਹੀਂ ਕਰੇਗਾ, ਨਾਨ ਕੰਡਕਟਿੰਗ ਨੇਚਰ ਦਾ ਹੋਏਗਾ। ਜਦੋਂ ਅਸੀਂ ਆਇਨਿਕ ਫਾਰਮ ਲਿਕੁਇਡ ਫਾਰਮ ਦੇ ਵਿੱਚ ਲਿਆ ਤਾਂ ਅਸੀਂ ਇਲੈਕਟ੍ਰਿਕ ਕਰੰਟ ਪਾਸ ਕੀਤਾ ਇਹਦੇ ਚੋਂ। ਜਦੋਂ ਅਸੀਂ ਬੈਟਰੀ ਦੇ ਨਾਲ ਜੋੜਾਂਗੇ ਇਹਨੂੰ ਤਾਂ ਫਿਰ ਕੀ ਹੋਏਗਾ, ਇਹ ਪੋਜ਼ਿਟਿਵ ਬਣ ਜਾਏਗਾ, ਇਹ ਨੈਗੇਟਿਵ ਬਣ ਜਾਏਗਾ, Na ਪੋਜ਼ਿਟਿਵ ਐਂਡ H ਨੈਗੇਟਿਵ ਬਣ ਗਿਆ। ਹੁਣ ਬੈਟਰੀ ਦੇ ਦੋ ਪੋਲਸ ਹੁੰਦੇ ਆ ਬੇਟੇ, ਇੱਕ ਪੋਜ਼ਿਟਿਵ ਜਿਹਨੂੰ ਅਸੀਂ ਐਨੋਡ ਕਹਿ ਦਿੰਦੇ ਹਾਂ, ਇੱਕ ਨੈਗੇਟਿਵ ਹੁੰਦਾ ਜਿਹਨੂੰ ਅਸੀਂ ਕੈਥੋਡ ਕਹਿ ਦਿੰਦੇ ਹਾਂ, ਠੀਕ ਹੈ। ਐਨੋਡ ਦੇ ਉੱਤੇ ਕੀ ਆਏਗਾ, ਆਪਾਂ ਇਹਨੂੰ ਲਿਖ ਦਿੰਦੇ ਹਾਂ ਪੋਜ਼ਿਟਿਵ, ਤੇ ਐਨੋਡ ਕੀ ਹੁੰਦਾ ਨਾ, ਕੈਥੋਡ ਕੀ ਹੁੰਦਾ ਨੈਗੇਟਿਵ। ਕਲੀਅਰ, ਐਨੋਡ ਪੋਜ਼ਿਟਿਵ ਐਂਡ ਕੈਥੋਡ ਨੈਗੇਟਿਵ। ਹੁਣ ਹਮੇਸ਼ਾ ਜਿਹੜੇ ਆਇਨਸ ਹੈ ਬੇਟੇ ਆਪੋਜ਼ਿਟ ਇਲੈਕਟ੍ਰੋਡ ਵੱਲ ਨੂੰ ਦੌੜਦੇ ਹੈ। ਐਨੋਡ ਦੇ ਉੱਤੇ ਬੈਟਰੀ ਦਾ ਪੋਜ਼ਿਟਿਵ ਚਾਰਜ ਵੱਲ ਨੂੰ ਕੌਣ ਜਾਏਗਾ, ਜਿਹਦੇ ਤੇ ਨੈਗੇਟਿਵ ਚਾਰਜ ਹੋਏਗਾ। ਬੈਟਰੀ ਦੇ ਨੈਗੇਟਿਵ ਚਾਰਜ ਵੱਲ ਕੌਣ ਜਾਏਗਾ, ਜਿਹਦੇ ਕੋਲੇ ਪੋਜ਼ਿਟਿਵ ਚਾਰਜ ਹੋਏਗਾ। ਉੱਥੇ ਜਾ ਕੇ ਬੇਟੇ ਦੋਨੋਂ ਡਿਸਚਾਰਜ ਹੋ ਜਾਣਗੇ। ਡਿਸਚਾਰਜ ਦਾ ਮਤਲਬ ਆਪਣਾ ਆਪਣਾ ਚਾਰਜ ਛੱਡ ਦੇਣਗੇ। ਇਹ ਨੈਗੇਟਿਵ ਚਾਰਜ ਕਿਉਂ ਆਇਆ ਸੀ, ਬਾਈ ਦਾ ਗੇਨ ਆਫ ਇਲੈਕਟ੍ਰੋਨ। ਤਾਂ ਇਹ ਚਾਰਜ ਕਿਵੇਂ ਗਾਇਬ ਕਰੇਗਾ, ਆਪਣਾ ਇਲੈਕਟ੍ਰੋਨ ਨੂੰ ਲੂਜ਼ ਕਰਕੇ। ਤਾਂ ਇਹ ਆਪਣਾ ਇਲੈਕਟ੍ਰੋਨ ਲੂਜ਼ ਕਰ ਦੇਗਾ, H ਦੇ ਵਿੱਚ ਕਨਵਰਟ ਹੋ ਗਿਆ। H ਜਿਹੜਾ ਬੇਟਾ ਉਹ ਅਨਸਟੇਬਲ ਹੁੰਦਾ ਹੈ, ਤਾਂ ਇੱਕ H ਦੂਜੇ H ਦੇ ਨਾਲ ਕੰਬਾਈਨ, ਦੂਜਾ H ਵੀ ਇੱਕ ਇਲੈਕਟ੍ਰੋਨ ਛੱਡੇਗਾ, ਦੂਜੇ H ਨਾਲ ਕੰਬਾਈਨ ਹੋ ਜਾਏਗਾ। ਤਾਂ ਇਹ ਕੀ ਬਣਾ ਲੇਗਾ, H2। ਕਿਉਂਕਿ ਹੁਣ ਅਸੀਂ ਇੱਕੋ ਹੀ ਲੈ ਰਹੇ ਹਾਂ ਤਾਂ ਅਸੀਂ ਹਾਫ H2 ਬਣਾਤਾ, ਹਾਫ ਮੋਲੀਕਿਊਲ। ਜਾਂ ਆਪਾਂ ਇੱਥੇ ਕੀ ਲਿਖ ਸਕਦੇ ਸੀ, 2H, 2 ਇਲੈਕਟ੍ਰੋਨ ਲੂਜ਼ ਕਰਕੇ 2H ਬਣਾ ਲੈਣਗੇ, ਦੋਨੋਂ H ਆਪਸ 'ਚ ਜੁੜ ਕੇ H2 ਬਣਾ ਲੈਣਗੇ। ਫਿਰ ਸਾਨੂੰ ਹਾਫ ਲਿਖਣ ਦੀ ਲੋੜ ਨਹੀਂ ਸੀ, ਇੱਥੇ ਸਾਨੂੰ ਹਾਫ ਲਿਖਣਾ ਪਏਗਾ ਕਿਉਂਕਿ ਅਸੀਂ ਇੱਕੋ ਹੀ H ਤੇ ਸ਼ੋ ਕੀਤਾ ਹੈ। ਇਹਨੇ ਇਲੈਕਟ੍ਰੋਨ ਲੂਜ਼ ਕਰਤਾ। ਲਾਸ ਆਫ ਇਲੈਕਟ੍ਰੋਨ ਇਜ਼ ਆਕਸੀਡੇਸ਼ਨ, ਠੀਕ ਹੈ। ਲਾਸ ਆਫ ਇਲੈਕਟ੍ਰੋਨ ਨੂੰ ਅਸੀਂ ਕੀ ਕਹਿੰਦੇ ਹਾਂ, ਆਕਸੀਡੇਸ਼ਨ। ਤਾਂ ਐਨੋਡ ਦੇ ਉੱਤੇ ਹਮੇਸ਼ਾ ਆਕਸੀਡੇਸ਼ਨ ਹੁੰਦੀ ਹੈ, ਠੀਕ ਹੈ। ਇਹਦੀ ਆਕਸੀਡੇਸ਼ਨ ਹੋ ਗਈ ਤਾਂ ਇਹ ਹਾਈਡਰੋਜਨ ਕਨਵਰਟ ਹੋ ਗਿਆ। ਆਪਾਂ ਕੀ ਕਿਹਾ ਕਿ ਜਦੋਂ ਵੀ ਅਸੀਂ ਇਲੈਕਟ੍ਰਿਸਿਟੀ ਪਾਸ ਕਰਦੇ ਹਾਂ, ਇਹਨਾਂ ਦੇ ਵਿੱਚੋਂ ਇਲੈਕਟ੍ਰੋਲਿਸਿਸ ਕਰਦੇ ਹਾਂ, ਤਾਂ ਡਾਈਹਾਈਡਰੋਜਨ ਹਮੇਸ਼ਾ ਐਨੋਡ ਦੇ ਉੱਤੇ ਆਉਂਦੀ ਹੈ। ਐਨੋਡ ਤੇ ਕਿਉਂ ਆਉਂਦਾ ਹੈ, ਕਿਉਂਕਿ ਐਨੋਡ ਦੇ ਉੱਤੇ ਪੋਜ਼ਿਟਿਵ ਚਾਰਜ ਹੁੰਦਾ ਹੈ ਇਲੈਕਟ੍ਰੋਡ ਦੇ ਉੱਤੇ, ਉਹਦੇ ਵੱਲ ਨੈਗੇਟਿਵ ਚਾਰਜ ਅਟਰੈਕਟ ਹੋਏਗਾ, ਉੱਥੇ ਜਾ ਕੇ ਡਿਸਚਾਰਜ ਹੋ ਜਾਏਗਾ, ਆਪਣਾ ਚਾਰਜ ਛੱਡ ਦੇਗਾ। ਕਿਵੇਂ ਛੱਡੇਗਾ, ਬਾਈ ਦਾ ਲਾਸ ਆਫ ਇਲੈਕਟ੍ਰੋਨ। ਹੁਣ ਇਹ ਇਲੈਕਟ੍ਰੋਨ ਨੂੰ ਸੋਡੀਅਮ ਗੇਨ ਕਰੇਗਾ, ਸੋਡੀਅਮ ਨੇ ਪਹਿਲਾਂ ਛੱਡਿਆ ਸੀ ਨਾ, ਤਾਂ ਹੀ ਪੋਜ਼ਿਟਿਵ ਚਾਰਜ ਆਇਆ ਸੀ। ਤਾਂ ਇਹ ਨੈਗੇਟਿਵ ਵੱਲ ਨੂੰ ਅਟਰੈਕਟ ਹੋਏਗਾ, ਉੱਥੇ ਜਾ ਕੇ ਡਿਸਚਾਰਜ ਹੋ ਜਾਏਗਾ। ਅਬ ਇਲੈਕਟ੍ਰੋਨ ਉੱਤੇ ਮੈਟਲ ਹੈ ਜਿਹੜੀ ਡਿਪੋਜ਼ਿਟ ਹੋ ਜਾਏਗੀ, ਉਹ ਕਿੱਥੇ ਹੋਏਗੀ, ਕੈਥੋਡ ਤੇ। ਆਪਾਂ ਕੀ ਕਿਹਾ, ਇਲੈਕਟ੍ਰੋਲਿਸਿਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਇਲੈਕਟ੍ਰੋਲਿਸਿਸ ਦਾ ਮਤਲਬ ਕੀ ਹੁੰਦਾ ਬੇਟੇ, ਕਿ ਜਦੋਂ ਅਸੀਂ ਕਿਸੇ ਕੰਪਾਊਂਡ ਦੇ ਵਿੱਚੋਂ, ਕਿਸੇ ਇਲੈਕਟ੍ਰੋਲਾਈਟ ਦੇ ਵਿੱਚੋਂ ਇਲੈਕਟ੍ਰੋਸਿਟੀ ਪਾਸ ਕਰਦੇ ਹਾਂ। ਇਲੈਕਟ੍ਰੋਲਾਈਟ ਅਸੀਂ ਕਿਹਨੂੰ ਕਹਿੰਦੇ ਹਾਂ ਬੇਟੇ, ਜਿਹੜੀ ਸਪੀਸ਼ੀਜ਼ ਆਇਨਿਕ ਹੋਵੇ, ਜਿਹਦੇ ਆਇਨਸ ਬਣ ਸਕਦੇ ਹੋਣ, ਉਹਨੂੰ ਅਸੀਂ ਇਲੈਕਟ੍ਰੋਲਾਈਟ ਕਹਿੰਦੇ ਹਾਂ। ਤਾਂ ਉਹਦੇ ਵਿੱਚੋਂ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਦੇ ਹਾਂ ਤਾਂ ਹਮੇਸ਼ਾ ਉਹ ਉਹਨਾਂ ਆਇਨਾਂ ਦੇ ਵਿੱਚ ਟੁੱਟ ਜਾਂਦਾ ਹੈ ਜਾਂ ਉਹੀ ਚੀਜ਼ਾਂ ਬਣਾ ਦਿੰਦਾ ਹੈ ਜਿਨ੍ਹਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਤਾਂ ਸੋਡੀਅਮ ਹਾਈਡਰਾਈਡ ਕਿਹਦੇ ਤੋਂ ਮਿਲ ਕੇ ਬਣਿਆ ਸੀ ਬੇਟੇ, ਸੋਡੀਅਮ ਐਂਡ ਹਾਈਡਰੋਜਨ। ਜਦੋਂ ਅਸੀਂ ਇਹਦੀ ਇਲੈਕਟ੍ਰੋਲਿਸਿਸ ਕੀਤੀ ਤਾਂ ਕੀ ਬਣ ਗਿਆ ਸਾਡੇ ਕੋਲੇ, ਸੋਡੀਅਮ ਮੈਟਲ ਤੇ ਹਾਈਡਰੋਜਨ ਗੈਸ। ਇਹਨਾਂ ਦੋਨਾਂ ਤੋਂ ਮਿਲ ਕੇ ਹੀ ਸੋਡੀਅਮ ਹਾਈਡਰਾਈਡ ਬਣਿਆ ਸੀ। ਤਾਂ ਹਮੇਸ਼ਾ ਇਲੈਕਟ੍ਰੋਲਿਸਿਸ ਜਦੋਂ ਕਰਦੇ ਆ, ਜਿਹੜੀਆਂ ਚੀਜ਼ਾਂ ਤੋਂ ਮਿਲ ਕੇ ਬਣੀ ਹੋਈ ਹੁੰਦੀ ਹੈ ਉਹਨਾਂ ਦੇ ਵਿੱਚ ਹੀ ਵਾਪਸ ਉਹ ਟੁੱਟ ਜਾਂਦਾ ਹੈ, ਠੀਕ ਹੈ। ਹੁਣ ਆਪਾਂ ਅੱਗੇ ਦੇਖਦੇ ਹਾਂ ਬੇਟੇ, ਸੈਲਾਈਨ ਹਾਈਡਰਾਈਡਸ ਰਿਐਕਟ ਵਾਇਲੈਂਟਲੀ ਵਿਦ ਵਾਟਰ। ਵਾਟਰ ਦੇ ਨਾਲ ਬਹੁਤ ਵਾਇਲੈਂਟਲੀ ਇਹ ਰਿਐਕਟ ਕਰਦੇ ਆ, producing dihydrogen. The reaction is highly exothermic. ਬਹੁਤ એનર્ਜੀ ਜਿਹੜੀ ਹੈ ਇਹਦੇ ਵਿੱਚੋਂ ਬਹੁਤ ਰਿਲੀਜ਼ ਹੁੰਦੀ ਹੈ। ਸੋਡੀਅਮ ਹਾਈਡਰਾਈਡ ਪਲੱਸ ਵਾਟਰ ਤਾਂ ਕੀ ਬਣਾਏਗਾ, ਸੋਡੀਅਮ ਹਾਈਡਰੋਕਸਾਈਡ ਪਲੱਸ ਹਾਈਡਰੋਜਨ ਗੈਸ ਇਹ ਰਿਲੀਜ਼ ਕਰਦੀ ਹੈ।
ਪਰ ਜਿਹੜਾ ਲੀਥੀਅਮ ਦਾ ਹਾਈਡਰਾਈਡ ਹੈ ਨਾ, ਇਹ ਆਮ ਟੈਂਪਰੇਚਰ ਦੇ ਉੱਤੇ ਜ਼ਿਆਦਾ ਰਿਐਕਟਿਵ ਨਹੀਂ ਹੁੰਦਾ। ਲੀਥੀਅਮ ਹਾਈਡਰਾਈਡ ਇਜ਼ ਅਨਰੀਐਕਟਿਵ ਐਟ ਮੋਡਰੇਟ ਟੈਂਪਰੇਚਰ। ਨਾਰਮਲ ਟੈਂਪਰੇਚਰ ਦੇ ਉੱਤੇ ਇਹ ਹਾਈਡਰਾਈਡ ਹੈ ਅਨਰੀਐਕਟਿਵ ਹੁੰਦਾ ਹੈ। ਤਾਂ ਇਸੇ ਕਰਕੇ ਅਸੀਂ ਇਹਨੂੰ ਜਿਹੜਾ ਲੀਥੀਅਮ ਦਾ ਹਾਈਡਰਾਈਡ ਹੈ ਇਹਨੂੰ ਕੰਪਲੈਕਸ ਹਾਈਡਰਾਈਡ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਮਤਲਬ ਹੋਰ ਕੰਪਾਊਂਡ ਦੇ ਨਾਲ ਮਿਲਾ ਕੇ ਉਹਦਾ ਕੰਪਲੈਕਸ ਕੰਪਾਊਂਡ ਬਣਾ ਦਿੰਦੇ ਹਾਂ ਅਸੀਂ। ਤਾਂ ਉਹ ਜਿਹੜਾ ਹੈਗਾ ਉਹ ਇੱਕ ਰਿਡਿਊਸਿੰਗ, ਬਹੁਤ ਵਧੀਆ ਰਿਡਿਊਸਿੰਗ ਏਜੰਟ ਬਣ ਜਾਂਦਾ। ਜਦੋਂ ਅਸੀਂ ਆਰਗੈਨਿਕ ਕੰਪਾਊਂਡਸ ਪੜ੍ਹਾਂਗੇ ਨਾ ਆਰਗੈਨਿਕ ਕੈਮਿਸਟਰੀ ਦੇ ਵਿੱਚ, ਉੱਥੇ ਅਸੀਂ ਇਹਨੂੰ ਯੂਜ਼ ਕਰਾਂਗੇ। ਠੀਕ ਹੈ, ਤਾਂ ਹੁਣ ਸਾਨੂੰ ਬਸ ਇਹੀ ਪਤਾ ਹੈ ਕਿ ਲੀਥੀਅਮ ਦਾ ਹਾਈਡਰਾਈਡ ਹੈ ਜਿਹੜਾ ਉਹ ਕੰਪਲੈਕਸ ਹਾਈਡਰਾਈਡਸ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈ। ਤਾਂ ਲੀਥੀਅਮ ਹਾਈਡਰਾਈਡ ਪਲੱਸ ਐਲੂਮੀਨੀਅਮ ਕਲੋਰਾਈਡ ਗਿਵਜ਼ ਲੀਥੀਅਮ ਐਲੂਮੀਨੀਅਮ ਹਾਈਡਰਾਈਡ। ਇਹਨੂੰ ਕਹਿੰਦੇ ਹਾਂ ਅਸੀਂ ਲੀਥੀਅਮ ਐਲੂਮੀਨੀਅਮ ਹਾਈਡਰਾਈਡ। ਇਹ ਇੱਕ ਬਹੁਤ ਵਧੀਆ ਰਿਡਿਊਸਿੰਗ ਏਜੰਟ ਹੈ ਕਿਉਂਕਿ ਇਹ ਹਾਈਡਰੋਜਨ ਛੱਡ ਸਕਦਾ ਹੈ। ਠੀਕ ਹੈ, ਇਹ ਰਿਡਿਊਸਿੰਗ ਏਜੰਟ ਹੈ। ਕਲੀਅਰ। ਉਸੇ ਤਰ੍ਹਾਂ ਫਿਰ ਲੀਥੀਅਮ ਹਾਈਡਰਾਈਡ ਬੋਰੋਨ ਦੇ ਹਾਈਡਰਾਈਡ ਨਾਲ ਵੀ ਕੰਬਾਈਨ ਹੋ ਜਾਂਦਾ ਹੈ। ਠੀਕ ਹੈ, ਬੋਰੋਨ ਦੇ ਹਾਈਡਰਾਈਡ ਨਾਲ ਕੰਬਾਈਨ ਹੋ ਕੇ ਕੀ ਬਣਾਉਂਦਾ ਹੈ? ਲੀਥੀਅਮ ਬੋਰੋ ਹਾਈਡਰਾਈਡ। ਇੱਥੇ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਬਣਿਆ ਸੀ, ਇੱਥੇ ਲੀਥੀਅਮ ਬੋਰੋ ਹਾਈਡਰਾਈਡ। ਇਹ ਵੀ ਰਿਡਿਊਸਿੰਗ ਏਜੰਟ। ਇਹ ਦੋਨੋਂ ਕੀ ਹੈ? ਰਿਡਿਊਸਿੰਗ ਏਜੰਟ, ਜਿਹੜੇ ਅਸੀਂ ਆਰਗੈਨਿਕ ਕੈਮਿਸਟਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕਰਾਂਗੇ ਬੇਟੇ। ਕਲੀਅਰ। ਇਹ ਸੀ ਬੇਟੇ ਡਿਟੇਲ ਹੈ ਜਿਹੜੀ ਉਹ ਆਇਨਿਕ ਹਾਈਡਰਾਈਡਸ ਦੀ ਜਾਂ ਸੈਲਾਈਨ ਹਾਈਡਰਾਈਡਸ ਦੀ। ਹੁਣ ਆਪਾਂ ਕਰਦੇ ਹਾਂ ਬੇਟੇ ਕੋਵੈਲੈਂਟ ਜਾਂ ਮੋਲੀਕੂਲਰ ਹਾਈਡਰਾਈਡ। ਕੋਵੈਲੈਂਟ ਜਾਂ ਮੋਲੀਕੂਲਰ ਹਾਈਡਰਾਈਡਸ, these are binary compounds of hydrogen with non metals। ਪਹਿਲਾਂ ਉਹ ਕਿਹਦੇ ਨਾਲ ਸੀ ਬੇਟੇ? ਆਇਨਿਕ ਕਿਹਦੇ ਨਾਲ ਸੀ? ਐਸ ਬਲੌਕ ਦੇ ਐਲੀਮੈਂਟਸ ਨਾਲ, ਜਿਹੜੇ ਇਲੈਕਟ੍ਰੋਪੋਜ਼ਿਟਿਵ ਸੀਗੇ, ਮੈਟਲਸ ਸੀਗੇ ਜਿਹੜੇ। ਠੀਕ ਹੈ, ਜਿਹੜੇ ਹੁਣ ਇਹ ਕੋਵੈਲੈਂਟ ਬਣਾਏਗਾ ਇਹ ਹਾਈਡਰੋਜਨ ਨਾਨ ਮੈਟਲਸ ਦੇ ਨਾਲ। ਤੇ ਨਾਨ ਮੈਟਲਸ ਕਿੱਥੇ ਹੁੰਦੇ ਬੇਟੇ? ਪੀ ਬਲੌਕ ਦੇ ਵਿੱਚ। ਉਹ ਐਸ ਬਲੌਕ ਦੇ ਐਲੀਮੈਂਟਸ ਨਾਲ, ਇਹ ਪੀ ਬਲੌਕ ਦੇ ਐਲੀਮੈਂਟਸ ਨਾਲ। These are binary compounds of hydrogen with non-metals belonging to P block. The most popular are the hydrides of carbon। ਸਭ ਤੋਂ ਜ਼ਿਆਦਾ ਇੰਪੋਰਟੈਂਟ ਜਾਂ ਪਪੂਲਰ ਜਿਹੜੇ ਹਾਈਡਰਾਈਡ ਹੈ ਕਾਰਬਨ ਦੇ, ਉਹ ਕੀ ਹਾਈਡਰੋਜਨ ਦੇ, ਉਹ ਕਿਹਦੇ ਨਾਲ ਹੈ? ਕਾਰਬਨ ਦੇ ਨਾਲ। which are known as hydrocarbons। ਤਾਂ ਸਾਰੇ ਜਿਹੜੇ ਆਰਗੈਨਿਕ ਕੰਪਾਊਂਡਸ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਜਿਹੜੇ ਹਾਈਡਰਾਈਡਸ ਆਫ ਕਾਰਬਨ। ਉਹ ਕਾਰਬਨ ਦੇ ਹਾਈਡਰਾਈਡ ਹੈ। ਕਿਉਂ? ਕਿਉਂਕਿ ਕਾਰਬਨ ਤੇ ਹਾਈਡਰੋਜਨ ਦੇ ਕੰਪਾਊਂਡਸ ਨੂੰ ਅਸੀਂ ਹਾਈਡਰੋਕਾਰਬਨਸ ਕਹਿੰਦੇ ਆ, ਜਾਂ ਅਸੀਂ ਇਹਨਾਂ ਨੂੰ ਆਰਗੈਨਿਕ ਕੰਪਾਊਂਡਸ ਕਹਿੰਦੇ ਆ। ਤਾਂ ਸਾਰੇ ਆਰਗੈਨਿਕ ਕੰਪਾਊਂਡਸ ਦਾ ਇਹਦਾ ਮਤਲਬ ਕੀ ਹੈ ਕਿ ਹਾਈਡਰੋਜਨ ਹੈ ਜਿਹੜਾ ਉਹਨਾਂ ਦਾ ਅਸੈਂਸ਼ੀਅਲ ਪਾਰਟ ਹੈ, ਕਿ ਹਾਈਡਰੋਜਨ ਤਾਂ ਉਹਨਾਂ 'ਚ ਹੋਏਗੀ ਜ਼ਰੂਰ। ਠੀਕ ਹੈ, ਤਾਂ ਇਸ ਕਰਕੇ ਸਭ ਤੋਂ ਜਿਹੜੇ ਪਪੂਲਰ ਕੰਪਾਊਂਡ ਹੈ ਉਹ ਕੀ ਹੈ? ਹਾਈਡਰੋਕਾਰਬਨਸ, ਜਿਹੜੇ ਕਿ ਕੋਵੈਲੈਂਟ ਜਾਂ ਮੋਲੀਕੂਲਰ ਹਾਈਡਰਾਈਡ ਬਣਾਉਂਦੀ ਹੈ ਹਾਈਡਰੋਜਨ। ਅਦਰ ਹਾਈਡਰਾਈਡਸ ਆਰ, ਹੋਰ ਵੀ ਬਹੁਤ ਸਾਰੇ ਇਹਦੇ ਇੰਪੋਰਟੈਂਟ ਹਾਈਡਰਾਈਡ ਹੈ, ਜਿਵੇਂ ਨਾਨ ਮੈਟਲਸ ਦੇ ਨਾਲ ਜਾਂ ਪੀ ਬਲੌਕ ਐਲੀਮੈਂਟਸ ਨਾਲ ਮਿਲ ਕੇ ਬਣਾਉਂਦਾ ਹੈ। ਨਾਈਟ੍ਰੋਜਨ ਦਾ ਹਾਈਡਰਾਈਡ ਅਮੋਨੀਆ ਬਣ ਗਿਆ NH3। ਆਕਸੀਜਨ ਦਾ ਹਾਈਡਰਾਈਡ ਵਾਟਰ। ਹੈਲੋਜਨਸ ਦੇ ਹਾਈਡਰਾਈਡ HF HCl। ਇਹ ਕਿਹਦੇ? ਹੈਲੋਜਨ ਦੇ ਹਾਈਡਰਾਈਡਸ ਹੈ, ਐਟਸੈਟਰਾ। ਠੀਕ ਹੈ, ਹੁਣ ਇਹਨਾਂ ਸਾਰੇ ਜਿਹੜੇ ਹਾਈਡਰਾਈਡਸ ਦੇ ਵਿੱਚ ਹੈ ਬੇਟੇ, ਉੱਥੇ ਹਾਈਡਰੋਜਨ ਦੀ ਜਿਹੜੀ ਹੈਗੀ ਹੈ ਆਕਸੀਡੇਸ਼ਨ ਸਟੇਟ ਹੈ ਉਹ ਕੀ ਹੈ? ਪੋਜ਼ਿਟਿਵ ਹੈ, ਕਿਉਂਕਿ ਇਹਨਾਂ ਦੀ ਨੈਗੇਟਿਵ ਹੈ, ਕਿਉਂਕਿ ਇਹ ਇਲੈਕਟ੍ਰੋਨੈਗੇਟਿਵ ਸਪੀਸ਼ੀਜ਼ ਹੈ। ਇਹ ਇਲੈਕਟ੍ਰੋਨ ਨੂੰ ਅਟਰੈਕਟ ਕਰਦੇ ਹੈ, ਛੱਡਦੇ ਨਹੀਂ, ਇਲੈਕਟ੍ਰੋਨ ਨੂੰ ਅਟਰੈਕਟ ਕਰਦੇ ਹੈ। ਇਹ ਇਲੈਕਟ੍ਰੋਨ ਅਟਰੈਕਟਿੰਗ ਸਪੀਸ਼ੀਜ਼ ਹੈ, ਇਸ ਕਰਕੇ ਹਾਈਡਰੋਜਨ ਦੇ ਉੱਤੇ ਪੋਜ਼ਿਟਿਵ ਚਾਰਜ ਆਏਗਾ। ਪਰ ਇਹ ਕੀ ਹੈ? ਸ਼ੇਅਰਿੰਗ ਦੇ ਨਾਲ ਬਣੇ ਹੋਏ ਹੁੰਦੇ, ਇਸ ਕਰਕੇ ਅਸੀਂ ਇਹਨਾਂ ਨੂੰ ਕੋਵੈਲੈਂਟ ਕਹਿੰਦੇ ਹਾਂ। ਬੀਇੰਗ ਆਫ ਕੋਵੈਲੈਂਟ ਨੇਚਰ, ਕਿਉਂਕਿ ਇਹਨਾਂ ਦੀ ਨੇਚਰ ਕੀ ਹੈ? ਕੋਵੈਲੈਂਟ ਹੈ। ਹੁਣ ਇਹਨਾਂ ਦੇ ਵਿੱਚ ਫੋਰਸਿਸ ਆਫ ਅਟਰੈਕਸ਼ਨ ਹੈ ਜਿਹੜੀਆਂ ਆਇਨਿਕ ਕੰਪਾਊਂਡਸ ਜਿੰਨੀਆਂ ਸਟਰੋਂਗ ਨਹੀਂ ਹੁੰਦੀਆਂ। ਆਇਨਿਕ ਕੰਪਾਊਂਡ ਦੇ ਵਿੱਚ ਫੋਰਸਿਸ ਆਫ ਅਟਰੈਕਸ਼ਨ ਬੇਟੇ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਆਪੋਜ਼ਿਟ ਚਾਰजेस ਦੇ ਵਿੱਚ ਅਟਰੈਕਸ਼ਨ ਹੋ ਜਾਂਦੀ ਹੈ, ਤੇ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਇਸੇ ਕਰਕੇ ਉਹ ਬਹੁਤ ਕਲੋਜ਼ਲੀ ਪੈਕਡ ਹੁੰਦੇ, ਇੱਕ ਨੈਟਵਰਕ ਬਣਾ ਲੈਂਦੇ ਆ। ਪਰ ਇਹ ਕੋਵੈਲੈਂਟ ਨੇਚਰ ਦਾ ਹੈ, ਇਸ ਕਰਕੇ ਦੀ ਨੇਚਰ ਕੀ ਹੈ? ਵੋਲਾਟਾਈਲ ਕੰਪਾਊਂਡਸ ਹੁੰਦੇ ਆ, ਇਹਦੇ ਵੈਪਨਸ ਬਣ ਸਕਦੇ ਐਂਡ ਹੈਵ ਲੋ ਬੋਇਲਿੰਗ ਪੁਆਇੰਟਸ। ਤਾਂ ਇਹਨਾਂ ਦੇ ਬੋਇਲਿੰਗ ਪੁਆਇੰਟਸ ਵੀ ਕੀ ਹੁੰਦੇ? ਘੱਟ ਹੁੰਦੇ ਆ। ਜਿਹੜੇ ਆਇਨਿਕ ਕੰਪਾਊਂਡਸ ਹੈ ਉਹ ਬਹੁਤ ਹਮੇਸ਼ਾ, ਉਹਨਾਂ ਦੇ ਬੋਇਲਿੰਗ ਪੁਆਇੰਟਸ ਹਮੇਸ਼ਾ ਬਹੁਤ ਜ਼ਿਆਦਾ ਹੁੰਦੇ ਆ, ਪਰ ਇਹਨਾਂ ਦੇ ਬੋਇਲਿੰਗ ਪੁਆਇੰਟ ਲੋ ਹੁੰਦੇ ਆ। ਹੁਣ ਜਿਹੜੇ ਕੋਵੈਲੈਂਟ ਕੰਪਾਊਂਡਸ ਹੈ
ਇਹਨਾਂ ਨੂੰ ਅਸੀਂ ਫਰਦਰ ਹੈ ਜਿਹੜਾ ਕਲਾਸੀਫਾਈ ਕਰਦੇ ਹਾਂ ਬੇਟੇ 3 ਟਾਈਪਸ ਦੇ ਵਿੱਚ। These are classified into 3 types based on the availability of electrons। ਹੁਣ ਇਹਨਾਂ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? ਜਦੋਂ ਆਪਾਂ ਇਹਨਾਂ ਦਾ ਲਿਊਇਸ ਸਟਰਕਚਰ ਬਣਾਵਾਂਗੇ ਨਾ, ਲਿਊਇਸ ਸਟਰਕਚਰ ਯਾਦ ਹੈ ਤੁਹਾਨੂੰ? ਆਪਾਂ ਕੈਮੀਕਲ ਬੌਂਡਿੰਗ ਦੇ ਵਿੱਚ ਬਣਾਏ ਸੀ ਬੇਟੇ ਲਿਊਇਸ ਸਟਰਕਚਰਸ। ਕੀ ਸੀਗੇ ਕਿ ਆਪਣਾ ਆਕਟੇਟ ਕੰਪਲੀਟ ਕਰਦੇ ਆ, ਜਦੋਂ ਆਪਾਂ ਉਹਨਾਂ ਦੇ ਵੈਲੈਂਸ ਇਲੈਕਟ੍ਰੋਨਸ ਨੂੰ ਉਹਨਾਂ ਦੇ ਆਲੇ ਦੁਆਲੇ ਸ਼ੋਅ ਕਰ ਦਿੰਦੇ ਆ, ਤਾਂ ਉਹਨਾਂ ਦੇ ਲਿਊਇਸ ਸਟਰਕਚਰਸ ਬਣਾਏ ਸੀ ਕਿ ਆਪਣਾ ਆਕਟੇਟ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਉਹ ਦੂਜੇ ਦੇ ਨਾਲ ਇਲੈਕਟ੍ਰੋਨ ਦੇ ਵੀ ਸਕਦੇ ਆ, ਸ਼ੇਅਰ ਵੀ ਕਰ ਸਕਦੇ ਆ, ਜਿਵੇਂ ਮਰਜ਼ੀ ਹੈ। ਪਰ ਇਹ ਆਪਾਂ ਕਿਉਂਕਿ ਕੋਵੈਲੈਂਟ ਬਣਾ ਲੈਂਦੇ ਆ ਤੇ ਕੀ ਹੈ ਬਣਾ ਰਹੇ ਆ, ਤਾਂ ਇਸ ਕਰਕੇ ਸ਼ੇਅਰਿੰਗ ਦੇ ਨਾਲ ਬਣਨਗੇ। ਤਾਂ ਆਪਾਂ ਇਹਨਾਂ ਦੇ ਲਿਊਇਸ ਸਟਰਕਚਰ ਜਿਵੇਂ ਜਿਵੇਂ ਬਣਾਵਾਂਗੇ ਉਦੋਂ ਇਹਨਾਂ ਦੇ ਕਿੰਨੇ ਇਲੈਕਟ੍ਰੋਨ ਅਵੇਲੇਬਲ ਹੈ ਉਹਦੇ ਅਕੋਰਡਿੰਗ, ਉਹਦੇ ਬੇਸ ਤੇ ਆਪਾਂ ਇਹਨਾਂ ਕੋਵੈਲੈਂਟ ਜਿਹੜੇ ਹਾਈਡਰਾਈਡਸ ਨੇ ਉਹਨਾਂ ਨੂੰ 3 ਤਰ੍ਹਾਂ ਨਾਲ ਡਿਵਾਈਡ ਕਰਦੇ ਆ। ਇੱਕ ਹੋਣਗੇ ਬੇਟੇ ਇਲੈਕਟ੍ਰੋਨ ਡੈਫੀਸ਼ੀਐਂਟ ਹਾਈਡਰਾਈਡਸ, ਦੂਜੇ ਆਪਾਂ ਲਵਾਂਗੇ ਇਲੈਕਟ੍ਰੋਨ ਪ੍ਰੀਸਾਈਜ਼, ਤੇ ਤੀਸਰੇ ਲਵਾਂਗੇ ਇਲੈਕਟ੍ਰੋਨ ਰਿਚ। ਮਤਲਬ ਇਲੈਕਟ੍ਰੋਨ ਡੈਫੀਸ਼ੀਐਂਟ ਨਾਮ ਤੋਂ ਹੀ ਕਲੀਅਰ ਹੋ ਜਾਏਗਾ। ਇਲੈਕਟ੍ਰੋਨ ਡੈਫੀਸ਼ੀਐਂਟ ਦਾ ਮਤਲਬ ਜਦੋਂ ਅਸੀਂ ਉਹਨਾਂ ਦਾ ਲਿਊਇਸ ਸਟਰਕਚਰ ਬਣਾਵਾਂਗੇ ਤਾਂ ਉਹਨਾਂ ਦੇ ਵਿੱਚ ਇਲੈਕਟ੍ਰੋਨ ਦੀ ਕਮੀ ਹੋਏਗੀ, ਉਹਨਾਂ ਦਾ ਆਕਟੇਟ ਦੇ ਵਿੱਚ ਇਲੈਕਟ੍ਰੋਨ ਘੱਟ ਹੋਣਗੇ। ਦੂਜੇ ਟਾਈਪ ਦੇ ਵਿੱਚ ਇਲੈਕਟ੍ਰੋਨ ਪੂਰੇ ਹੋਣਗੇ। ਤੀਜੇ ਟਾਈਪ ਦੇ ਵਿੱਚ ਇਲੈਕਟ੍ਰੋਨ ਫਾਲਤੂ ਹੋਣਗੇ ਆਕਟੇਟ ਕੰਪਲੀਟ ਹੋਣ ਤੋਂ ਬਾਅਦ। ਕਲੀਅਰ? ਇਹ 3 ਤਰ੍ਹਾਂ ਦੇ ਆਪਾਂ ਲੈਂਦੇ ਹਾਂ ਇਲੈਕਟ੍ਰੋਨ ਡੈਫੀਸ਼ੀਐਂਟ ਹਾਈਡਰਾਈਡਸ। ਪਹਿਲਾਂ ਕਿਹਨਾਂ ਨੂੰ ਕਹਿੰਦੇ ਆ? They have lesser number of electrons for writing their conventional Lewis structure। ਜਦੋਂ ਅਸੀਂ ਲਿਊਇਸ ਸਟਰਕਚਰ ਲਿਖਦੇ ਆ ਨਾ, ਇਹਨਾਂ ਸਟਰਕਚਰ ਇਹਦੇ ਜਿਹੜੇ ਹਾਈਡਰਾਈਡਸ ਆ, ਕੋਵੈਲੈਂਟ ਹਾਈਡਰਾਈਡ ਜਿਹਦਾ ਵੀ ਬਣਾਵਾਂਗੇ ਅਸੀਂ, ਜਦੋਂ ਅਸੀਂ ਉਹਦਾ ਲਿਊਇਸ ਸਟਰਕਚਰ ਬਣਾਵਾਂਗੇ ਤਾਂ ਉਸ ਲਿਊਇਸ ਸਟਰਕਚਰ ਦੇ ਵਿੱਚ ਜਿਹੜੇ ਨੰਬਰ ਆਫ ਇਲੈਕਟ੍ਰੋਨਸ ਆ ਉਹ ਘੱਟ ਹੋਣਗੇ। They have lesser number of electrons, that is diborane। ਡਾਈਬੋਰੇਨ ਦਾ ਜਦੋਂ ਅਸੀਂ ਸਟਰਕਚਰ ਬਣਾਵਾਂਗੇ ਬੇਟੇ B2H6, ਤਾਂ ਇਹਦਾ ਜਦੋਂ ਅਸੀਂ ਸਟਰਕਚਰ ਬਣਾਵਾਂਗੇ ਤਾਂ ਉਹਦੇ ਵਿੱਚ ਇਲੈਕਟ੍ਰੋਨ ਦਾ ਨੰਬਰ ਹੈ ਜਿਹੜਾ ਉਹ ਕੀ ਹੋਏਗਾ? ਘੱਟ ਹੋਏਗਾ। ਪੂਰੇ ਇਲੈਕਟ੍ਰੋਨ ਉਹਦੇ ਕੋਲ ਨਹੀਂ ਹੋਣਗੇ, ਇਲੈਕਟ੍ਰੋਨ ਦੀ ਕਮੀ ਹੋਏਗੀ ਇਹਨਾਂ ਕੋਲੇ। ਕਿਉਂਕਿ ਬੋਰੋਨ ਕੋਲੇ ਕਿੰਨੇ ਇਲੈਕਟ੍ਰੋਨ ਹੁੰਦੇ ਬੇਟੇ? 3 ਇਲੈਕਟ੍ਰੋਨ। 3 ਹਾਈਡਰੋਜਨ ਨਾਲ ਸ਼ੇਅਰ ਕਰ ਲਏ ਤਾਂ ਕਿੰਨੇ ਬਣ ਜਾਣਗੇ ਇਹਦੇ ਕੋਲੇ? 6 ਇਲੈਕਟ੍ਰੋਨ। 3 ਹਾਈਡਰੋਜਨ ਵਾਲੇ ਗਿਣ ਲੇਗੀ ਆਪਦੇ ਕੋਲੇ, 3 ਆਪਦੇ 6। ਤਾਂ ਬੋਰੋਨ ਕੋਲੇ ਹੋਣੇ ਆਕਟੇਟ ਲਈ ਕਿੰਨੇ ਚਾਹੀਦੇ ਆ? 8 ਹੋਣੇ ਚਾਹੀਦੇ ਆ, ਪਰ ਇਹਦੇ ਕੋਲੇ ਇਲੈਕਟ੍ਰੋਨ ਦੀ ਕੀ ਹੋ ਜਾਏਗੀ? ਕਮੀ ਹੋਏਗੀ। ਠੀਕ ਹੈ, 3 ਹਾਈਡਰੋਜਨ ਦੇ ਨਾਲ ਇਹਨਾਂ ਨੇ ਸ਼ੇਅਰ ਕਰ ਲੈਣਾ ਹੈ, ਤਾਂ ਇਹਨਾਂ ਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਨ ਡੈਫੀਸ਼ੀਐਂਟ। ਇਨ ਫੈਕਟ ਆਲ ਐਲੀਮੈਂਟਸ ਆਫ ਗਰੁੱਪ, ਹੁਣ ਇਹ ਬੋਰੋਨ ਹੈ ਜਿਹੜਾ ਬੇਟੇ ਕਿਹੜੇ ਐਲੀਮੈਂਟ ਜਾਂ ਕਿਹੜੇ ਗਰੁੱਪ ਦਾ ਮੈਂਬਰ ਹੈ ਇਹ ਬੋਰੋਨ? 13 ਗਰੁੱਪ ਦਾ, ਪੀ ਬਲੌਕ, ਪਹਿਲੇ ਪੀ ਬਲੌਕ ਦਾ ਪਹਿਲਾ ਗਰੁੱਪ ਹੈ। ਤਾਂ ਜਿਹੜਾ ਬੋਰੋਨ ਹੈ 13 ਗਰੁੱਪ ਦਾ ਹੈ, ਤਾਂ ਇਸ ਕਰਕੇ ਜਿੰਨੇ ਵੀ ਇਸ ਗਰੁੱਪ ਦੇ ਐਲੀਮੈਂਟ ਹੋਣਗੇ ਸਾਰਿਆਂ ਕੋਲ ਹੀ ਵੈਲੈਂਸ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੋਣਗੇ ਬੇਟੇ? 3 ਇਲੈਕਟ੍ਰੋਨ ਹੋਣਗੇ, ਤਾਂ 3 ਹੀ ਸ਼ੇਅਰ ਕਰ ਸਕਣਗੇ। ਇਸ ਕਰਕੇ ਸਭ ਦਾ ਆਕਟੇਟ ਹੈ ਜਿਹੜਾ ਉਹ ਕੰਪਲੀਟ ਨਹੀਂ ਹੋਏਗਾ, ਹਰੇਕ ਕੋਲ ਇਲੈਕਟ੍ਰੋਨ ਦੀ ਕਮੀ ਹੋਏਗੀ। ਠੀਕ ਹੈ, ਤਾਂ ਆਕਟੇਟ ਇਹਨਾਂ ਦਾ ਕੰਪਲੀਟ ਨਹੀਂ ਹੁੰਦਾ। ਠੀਕ ਹੈ, ਇਨਫੈਕਟ ਐਲੀਮੈਂਟਸ ਆਫ ਗਰੁੱਪ 13 ਵਿਲ ਫਾਰਮ ਇਲੈਕਟ੍ਰੋਨ ਡੈਫੀਸ਼ੀਐਂਟ ਕੰਪਾਊਂਡ, ਸਾਰੇ ਇਲੈਕਟ੍ਰੋਨ ਡੈਫੀਸ਼ੀਐਂਟ ਬਣਾਉਣਗੇ। ਠੀਕ ਹੈ, ਦੇ ਐਕਟ ਐਜ਼ ਲਿਊਇਸ ਐਸਿਡਸ, ਤਾਂ ਜਿਹਦੇ ਕੋਲ ਇਲੈਕਟ੍ਰੋਨ ਦੀ ਕਮੀ ਹੁੰਦੀ ਹੈ ਨਾ ਬੇਟੇ ਉਹਨੂੰ ਅਸੀਂ ਕਹਿੰਦੇ ਹਾਂ ਲਿਊਇਸ। ਇਹ ਸ਼ਬਦ ਤੁਹਾਨੂੰ ਬਹੁਤ ਯੂਜ਼ ਹੋਏਗਾ ਤੇ ਪਤਾ ਹੋਣਾ ਚਾਹੀਦਾ ਕਿ ਲਿਊਇਸ ਐਸਿਡ ਕਿਹਨੂੰ ਕਹਿੰਦੇ ਹਾਂ ਅਸੀਂ। ਲਿਊਇਸ ਐਸਿਡ ਉਹ ਸਬਸਟੈਂਸ ਹੁੰਦੀ ਹੈ ਬੇਟੇ ਜਿਹੜੀ ਇਲੈਕਟ੍ਰੋਨ ਡੈਫੀਸ਼ੀਐਂਟ ਹੋਵੇ, ਦੈਟ ਇਜ਼ ਇਲੈਕਟ੍ਰੋਨ ਐਕਸੈਪਟਰ, ਜਿਹੜੀ ਇਲੈਕਟ੍ਰੋਨ ਐਕਸੈਪਟ ਕਰ ਸਕਦੀ ਹੋਵੇ, ਜਿਹਨੂੰ ਇਲੈਕਟ੍ਰੋਨ ਦੀ ਕਮੀ ਹੈ। ਠੀਕ ਹੈ, ਜਿਵੇਂ ਆਪਾਂ B ਦੇ ਨਾਲ ਕੰਪਾਊਂਡ ਬਣਾਇਆ ਸੀ, ਆਪਾਂ ਉਦੋਂ ਜਦੋਂ ਆਪਾਂ ਕੈਮੀਕਲ ਬੌਂਡੀ 'ਚ ਬਣਾਏ ਸੀ ਨਾ, ਉਦੋਂ ਤੁਹਾਨੂੰ ਦੱਸੇ ਸੀ ਮੈਂ BH3 ਸਪੋਜ਼ ਬਣਾਇਆ ਆਪਾਂ। B ਕੋਲ ਇਲੈਕਟ੍ਰੋਨ ਕਿੰਨੇ ਹੈ? 3 ਹੈ। 3 ਇਲੈਕਟ੍ਰੋਨ ਇਹਨੇ ਕੀ ਕੀਤਾ? H ਨਾਲ ਸ਼ੇਅਰ ਕਰ ਲਏ। ਠੀਕ ਹੈ, 3 ਇਲੈਕਟ੍ਰੋਨ H ਨਾਲ ਸ਼ੇਅਰ ਕਰ ਲਏ। ਤਾਂ ਬੋਰੋਨ ਕੋਲੇ ਜੇ ਇਹ ਗਿਣ ਲਿਆ ਇਹਦਾ ਡੁਪਲੇਟ ਕੰਪਲੀਟ ਹੋ ਗਿਆ, ਇਹਦਾ ਵੀ ਡੁਪਲੇਟ ਕੰਪਲੀਟ ਹੋ ਗਿਆ, ਇਹਦਾ ਵੀ। ਪਰ ਜੇ ਆਪਾਂ ਆ ਸਾਰੇ ਇਲੈਕਟ੍ਰੋਨ B ਕੋਲ ਗਏ, ਕਿੰਨੇ ਬਣ ਗਏ ਬੇਟੇ? 6 ਬਣੇ ਆ ਹਲੇ ਵੀ, ਤਾਂ 2 ਇਲੈਕਟ੍ਰੋਨ ਦੀ ਹਲੇ ਵੀ ਕਮੀ ਹੈ ਇਸ ਤਰ੍ਹਾਂ ਨਾਲ। ਠੀਕ ਹੈ, ਇਸੇ ਤਰ੍ਹਾਂ ਐਲੂਮੀਨੀਅਮ ਦਾ ਹੋਏਗਾ। ਤਾਂ ਇਹਨੂੰ ਆਪਾਂ ਕੀ ਕਹਿੰਦੇ ਆ? ਇਲੈਕਟ੍ਰੋਨ ਡੈਫੀਸ਼ੀਐਂਟ ਹਾਈਡਰਾਈਡ। ਠੀਕ ਹੈ, ਇਲੈਕਟ੍ਰੋਨ ਡੈਫੀਸ਼ੀਐਂਟ ਹੈ ਕਿਉਂਕਿ ਆਕਟੇਟ ਕੰਪਲੀਟ ਹੋਣ ਤੋਂ ਬਾਅਦ, ਮਤਲਬ ਇਹਦਾ ਆਕਟੇਟ ਕੰਪਲੀਟ ਜਦੋਂ ਅਸੀਂ ਕਰਦੇ ਹਾਂ ਉਦੋਂ ਹੁੰਦਾ ਨਹੀਂ ਹੈ, ਉਹਦੇ 'ਚ ਇਲੈਕਟ੍ਰੋਨ ਹਲੇ ਵੀ ਘੱਟ ਹੁੰਦੇ ਆ, ਪਰ ਕੰਪਾਊਂਡ ਐਗਜ਼ਿਸਟ ਕਰਦਾ ਹੈ। ਆਪਾਂ ਲਿਊਇਸ ਜਿਹੜਾ ਆਕਟੇਟ ਰੂਲ ਕੀਤਾ ਸੀ ਨਾ, ਉਹਦੀਆਂ ਜਿਹੜੀਆਂ ਲਿਮਿਟੇਸ਼ਨਸ ਕੀਤੀਆਂ ਸੀ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਕੰਪਾਊਂਡ ਤਾਂ ਐਗਜ਼ਿਸਟ ਕਰਦਾ ਹੈ ਪਰ ਇਹਦਾ ਆਕਟੇਟ ਕੰਪਲੀਟ ਨਹੀਂ ਹੈਗਾ। ਤਾਂ ਸਾਰੇ 13 ਗਰੁੱਪ ਦੇ ਮੈਂਬਰਸ ਜਿਹੜੇ ਇਲੈਕਟ੍ਰੋਨ ਡੈਫੀਸ਼ੀਐਂਟ ਹਾਈਡਰਾਈਡਸ ਬਣਾਉਣਗੇ। ਹੁਣ ਆਪਾਂ ਲੈਂਦੇ ਇਲੈਕਟ੍ਰੋਨ ਪ੍ਰੀਸਾਈਜ਼ ਹਾਈਡਰਾਈਡਸ।
ਜਿਨ੍ਹਾਂ 'ਚ ਇਲੈਕਟ੍ਰੋਨ ਪੂਰੇ ਪੂਰੇ ਆਉਣਗੇ। they have required number of electrons to write their conventional Lewis structure। ਜਦੋਂ ਅਸੀਂ Lewis structure ਬਣਾਵਾਂਗੇ ਤਾਂ ਉਹਦੇ 'ਚ ਇਲੈਕਟ੍ਰੋਨ ਪੂਰੇ ਪੂਰੇ ਹੋਣਗੇ। all the elements of group 14 ਗਰੁੱਪ ਦੇ, ਕਿਉਂਕਿ ਇਹਨਾਂ ਦੇ ਵੈਲੈਂਸ ਇਲੈਕਟ੍ਰੋਨ ਕਿੰਨੇ ਹੋਣਗੇ ਬੇਟੇ 4 ਇਲੈਕਟ੍ਰੋਨ। ਵੈਲੈਂਸ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੁੰਦੇ ਆ 4 ਇਲੈਕਟ੍ਰੋਨਸ। ਹਰੇਕ 14 ਗਰੁੱਪ ਦੇ ਮੈਂਬਰ ਦੇ, ਜਿਵੇਂ 14 ਗਰੁੱਪ ਕਿੱਥੋਂ ਸ਼ੁਰੂ ਹੁੰਦਾ ਹੈ ਕਾਰਬਨ ਤੋਂ। ਕਾਰਬਨ ਦੇ ਵੈਲੈਂਸ ਸ਼ੈਲ 'ਚ ਕਿੰਨੇ ਹੁੰਦੇ ਆ 4। ਉਹਦੇ ਨੀਚੇ ਕੀ ਹੁੰਦਾ ਸਿਲੀਕੋਨ। ਮਤਲਬ ਸਾਰੇ ਦੇ ਸਾਰੇ ਮੈਂਬਰਸ ਦੇ ਵਿੱਚ, ਕਿਉਂਕਿ ਇੱਕ ਗਰੁੱਪ ਦੇ ਮੈਂਬਰਸ ਕੋਲ ਸਾਰੇ ਵੈਲੈਂਸ ਇਲੈਕਟ੍ਰੋਨ ਦਾ ਨੰਬਰ ਸੇਮ ਹੁੰਦਾ ਹਮੇਸ਼ਾ, ਤਾਂ ਉਹਨਾਂ ਸਾਰਿਆਂ ਕੋਲ ਹੀ 4 ਇਲੈਕਟ੍ਰੋਨ ਹੋਣਗੇ। 4 ਦੂਜੀ ਸਪੀਸ਼ੀਜ਼ ਨਾਲ ਸ਼ੇਅਰ ਕਰ ਲੈਣਗੇ ਤਾਂ ਕਿੰਨੇ ਬਣ ਜਾਣਗੇ 8। ਤਾਂ ਲੀਵ ਸਟਰਕਚਰ ਪੂਰਾ ਹੋਏਗਾ, ਨਾ ਕੋਈ ਇਲੈਕਟ੍ਰੋਨ ਫालतू ਹੋਏਗਾ, ਨਾ ਕੋਈ ਇਲੈਕਟ੍ਰੋਨ ਦੀ ਕਮੀ ਹੋਏਗੀ। ਤਾਂ ਇਸ ਕਰਕੇ ਇਹਨਾਂ ਨੂੰ ਇਲੈਕਟ੍ਰੋਨ ਪ੍ਰੀਸਾਈਜ਼ ਕਹਿੰਦੇ ਆ। ਠੀਕ ਹੈ। ਫਾਰਮ ਸੱਚ ਕੰਪਾਊਂਡਸ ਦੈਟ ਇਜ਼ CH4। ਕਾਰਬਨ ਕੋਲ 4 ਇਲੈਕਟ੍ਰੋਨ, 4 ਹਾਈਡਰੋਜਨ ਨਾਲ ਸ਼ੇਅਰ ਕਰਕੇ ਕਾਰਬਨ ਕੋਲ ਕਿੰਨੇ ਬਣ ਗਏ 8 ਬਣ ਗਏ। ਹਰਾਈਕ ਹਾਈਡਰੋਜਨ ਕੋਲ 2 ਬਣ ਗਏ। ਵਿਚ ਆਰ ਟੈਟਰਾਹੈਡਰਲ ਇਨ ਜਿਓਮੈਟਰੀ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਟੈਟਰਾਹੈਡਰਲ ਜਿਓਮੈਟਰੀ ਬਣਾਉਂਦੇ। ਨੈਕਸਟ ਹੈ ਬੇਟੇ ਤੀਸਰੀ ਟਾਈਪ ਦੇ ਜਿਹੜੇ ਆਪਾਂ ਕਰਦੇ ਆ, ਜਿਹੜੇ ਕੋਵੈਲੈਂਟ ਹਾਈਡਰਾਈਡ, ਇਲੈਕਟ੍ਰੋਨ ਰਿਚ ਹਾਈਡਰਾਈਡ। ਪਹਿਲਾਂ ਆਪਾਂ ਇਲੈਕਟ੍ਰੋਨ ਡੈਫੀਸ਼ੀਐਂਟ ਕੀਤੇ, ਫਿਰ ਇਲੈਕਟ੍ਰੋਨ ਪ੍ਰੀਸਾਈਜ਼ ਕਰ ਲਏ, ਹੁਣ ਆਪਾਂ ਇਲੈਕਟ੍ਰੋਨ ਰਿਚ ਕਰਦੇ ਆ। ਇਲੈਕਟ੍ਰੋਨ ਰਿਚ ਕਿਹਨਾਂ ਨੂੰ ਕਹਿੰਦੇ ਆ, ਇਹ ਕਲੀਅਰ ਹੋ ਰਹੀ ਹੈ ਗੱਲ। ਰਿਚ ਤੋਂ ਮਤਲਬ ਇਲੈਕਟ੍ਰੋਨ ਜਿਨ੍ਹਾਂ ਕੋਲ ਫालतू ਹੋਣਗੇ। ਦੇ ਹੈਵ ਐਕਸੈਸ ਇਲੈਕਟ੍ਰੋਨਸ ਵਿਚ ਆਰ ਪ੍ਰੈਜ਼ੈਂਟ ਐਜ਼ ਲੋਨ ਪੇਅਰਸ। ਤਾਂ ਇਹਨਾਂ ਕੋਲ ਫालतू ਇਲੈਕਟ੍ਰੋਨ ਵੀ ਬਚ ਜਾਣਗੇ। ਐਲੀਮੈਂਟਸ ਆਫ ਗਰੁੱਪ 15 to 17। 13 ਦਿਆਂ ਨੇ ਕੀ ਬਣਾਏ ਸੀ ਬੇਟੇ ਇਲੈਕਟ੍ਰੋਨ ਡੈਫੀਸ਼ੀਐਂਟ। 14 ਨੇ ਕੀ ਬਣਾਤੇ ਇਲੈਕਟ੍ਰੋਨ ਪ੍ਰੀਸਾਈਜ਼। 15 16 ਤੇ 17 ਦੇ ਕੀ ਬਣਾਉਣਗੇ ਇਲੈਕਟ੍ਰੋਨ ਰਿਚ। ਕਿਉਂ? ਕਿਉਂਕਿ 15 ਕੋਲ ਕਿੰਨੇ ਇਲੈਕਟ੍ਰੋਨ ਹੋਣਗੇ 5 ਹੋਣਗੇ ਵੈਲੈਂਸ ਸ਼ੈਲ 'ਚ। ਹੁਣ 5 ਦੇ ਵਿੱਚੋਂ ਜਦੋਂ ਆਪਾਂ ਜੇ 5 ਨਾਲ ਸ਼ੇਅਰ ਕਰ ਲਿਆ ਤਾਂ ਇਹਦੇ ਕੋਲ ਕਿੰਨੇ ਬਣ ਜਾਣਗੇ ਬੇਟੇ 10 ਬਣ ਜਾਣਗੇ। ਤੇ ਆਕਟੇਟ ਕੰਪਲੀਟ ਕਰਨ ਲਈ ਕਿੰਨੇ ਚਾਹੀਦੇ ਆ 8 ਚਾਹੀਦੇ ਆ। ਤਾਂ ਇਹਦਾ ਮਤਲਬ ਇਹਦੇ ਕੋਲੇ ਫालतू ਇਲੈਕਟ੍ਰੋਨ ਹੈ। ਇਸੇ ਤਰ੍ਹਾਂ 16 ਕੋਲੇ ਵੀ 6 ਇਲੈਕਟ੍ਰੋਨ ਹੋਣਗੇ ਵੈਲੈਂਸ ਸ਼ੈਲ 'ਚ, ਉਹ ਵੀ ਜਿੰਨੇ ਮਰਜ਼ੀ ਸ਼ੇਅਰ ਕਰ ਸਕਦਾ ਹੈ, ਫालतू ਹੋਣਗੇ। 17 ਗਰੁੱਪ ਕੋਲੇ ਵੀ। ਕਲੀਅਰ ਹੋ ਗਿਆ। ਤਾਂ 15 ਤੋਂ 17 ਗਰੁੱਪ ਤੱਕ, ਕਿਉਂਕਿ ਆਪਾਂ ਪਹਿਲਾਂ ਹੀ ਕਿਹਾ ਹੈ ਕਿ ਜਿਹੜੇ ਕੋਵੈਲੈਂਟ ਕੰਪਾਊਂਡ ਉਹ P ਬਲੌਕ ਦੇ ਐਲੀਮੈਂਟਸ ਬਣਾਉਂਦੇ ਆ। 17 ਜਿਹਦੇ ਵਿੱਚ ਸਾਰੇ ਗਰੁੱਪ ਕਿਹੜੇ ਹੁੰਦੇ 13 14 15 16 17 18। ਤੇ 18 ਕੀ ਹੈ ਨੋਬਲ ਗੈਸਿਸ। ਆਪਾਂ ਕਿਹਾ ਕਿ ਨੋਬਲ ਗੈਸਿਸ ਇਹਦੇ ਨਾਲ ਕੰਪਾਊਂਡ ਨਹੀਂ ਬਣਾਉਂਦੀਆਂ ਹਾਈਡਰੋਜਨ ਨਾਲ। ਠੀਕ ਹੈ। ਤਾਂ ਆਪਾਂ ਕੀ ਲਵਾਂਗੇ 13 to 17। ਤਾਂ 13 ਕੀ ਬਣਾ ਰਿਹਾ ਹੈ ਇਲੈਕਟ੍ਰੋਨ ਡੈਫੀਸ਼ੀਐਂਟ। 14 ਕੀ ਬਣਾ ਰਿਹਾ ਹੈ ਇਲੈਕਟ੍ਰੋਨ ਪ੍ਰੀਸਾਈਜ਼। ਤਾਂ 15 16 17 ਕੀ ਬਣਾਉਣਗੇ ਇਲੈਕਟ੍ਰੋਨ ਰਿਚ। ਫਾਰਮ ਸੱਚ ਕੰਪਾਊਂਡਸ ਐਗਜ਼ਾਮਪਲ NH3 ਹੈਜ਼ 1 ਇਲੈਕਟ੍ਰੋਨ ਪੇਅਰ। H2O ਹੈ ਜਿਹੜਾ ਇਹ 13 ਗਰੁੱਪ ਨਾ, ਇਹ 15 ਗਰੁੱਪ ਦਾ ਮੈਂਬਰ ਆ ਗਿਆ। ਨਾਈਟ੍ਰੋਜਨ ਕਿਹੜੇ ਗਰੁੱਪ ਦਾ 15 ਦਾ। ਆਕਸੀਜਨ ਕਿਹੜੇ ਗਰੁੱਪ ਦਾ 16 ਦਾ। ਹੈਲੋਜਨ ਕਿਹੜੇ ਗਰੁੱਪ ਦਾ 17 ਦਾ। ਤਾਂ ਤਿੰਨੋਂ ਦੇ ਮੈਂਬਰਸ ਜਦੋਂ 15 ਗਰੁੱਪ ਉਹਨਾਂ ਕੋਲ ਇੱਕ ਲੋਨ ਪੇਅਰ ਹੋਏਗਾ। ਜਦੋਂ 16 ਗਰੁੱਪ ਦੇ ਬਣਾਉਣਗੇ ਉਦੋਂ 2 ਲੋਨ ਪੇਅਰ ਹੋਣਗੇ। ਜਦੋਂ ਜਿਹੜੇ 17 ਗਰੁੱਪ ਦੇ ਬਣਾਉਣਗੇ ਉਹਨਾਂ ਕੋਲ 3 ਲੋਨ ਪੇਅਰ ਆਫ ਇਲੈਕਟ੍ਰੋਨਸ ਹੋਣਗੇ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੱਸ ਦਿੰਦੀ ਹਾਂ। ਜਿਵੇਂ ਆਪਾਂ ਸਪੋਜ਼ ਕਰੋ ਆਪਾਂ ਅਮੋਨੀਆ ਬਣਾਇਆ। ਠੀਕ ਹੈ। ਅਮੋਨੀਆ ਕੋਲ ਵੈਲੈਂਸ ਸ਼ੈਲ ਦੇ ਵਿੱਚ ਇਲੈਕਟ੍ਰੋਨ ਕਿੰਨੇ ਹੁੰਦੇ ਬੇਟੇ 5 ਹੁੰਦੇ ਆ। ਤਾਂ ਹਾਈਡਰੋਜਨ ਨਾਲ ਕੰਬਾਈਨ ਕਿੰਨੇ ਹੋ ਰਹੇ ਆ 3। ਠੀਕ ਹੈ। 3 ਇਲੈਕਟ੍ਰੋਨ ਨੇ ਹਾਈਡਰੋਜਨ ਨਾਲ ਸ਼ੇਅਰ ਕਰਕੇ 2 ਇਲੈਕਟ੍ਰੋਨ ਇਹਦੇ ਕੋਲ ਫालतू ਪਏ ਹੈ। ਤਾਂ ਨਾਈਟ੍ਰੋਜਨ ਕੋਲੇ ਕਿੰਨੇ ਬਣ ਗਏ ਬੇਟੇ 8। ਸੌਰੀ ਆ ਵੀ ਵਿੱਚ ਲਵਾਂਗੇ ਕਿੰਨੇ ਬਣ ਗਏ 8। ਪਰ ਇਹਦੇ ਕੋਲੇ ਬੌਂਡਿੰਗ ਤੋਂ ਬਾਅਦ ਫालतू ਇਲੈਕਟ੍ਰੋਨ ਹੈ ਲੋਨ ਪੇਅਰ ਆਫ ਇਲੈਕਟ੍ਰੋਨ, ਜਿਹੜੇ ਇਹ ਬੌਂਡਿੰਗ ਦੇ ਵਾਸਤੇ ਯੂਜ਼ ਨਹੀਂ ਕਰ ਰਿਹਾ। ਠੀਕ ਹੈ। ਤਾਂ ਉਹਨਾਂ ਨੂੰ ਅਸੀਂ ਜਿਹੜੇ ਫालतू ਜਦੋਂ ਬੌਂਡ ਬਣਾਉਣ ਤੋਂ ਬਾਅਦ ਜਿਹੜੇ ਇਲੈਕਟ੍ਰੋਨ ਬਚ ਗਏ ਉਹਨੂੰ ਕੀ ਕਹਿੰਦੇ ਲੋਨ ਪੇਅਰ ਆਫ ਇਲੈਕਟ੍ਰੋਨਸ। ਠੀਕ ਹੈ। ਤਾਂ ਇਸ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਲੈਕਟ੍ਰੋਨ ਰਿਚ ਕਹਿੰਦੇ ਆ। ਕਲੀਅਰ। ਇਸੇ ਤਰ੍ਹਾਂ ਆਕਸੀਜਨ ਜਦੋਂ ਵਾਟਰ ਬਣਾਏਗਾ ਹਾਈਡਰੋਜਨ ਨਾਲ ਤਾਂ ਇਹਦੇ ਕੋਲ 2 ਲੋਨ ਪੇਅਰ ਬਚ ਜਾਣਗੇ, ਇਹਦੇ ਕੋਲ 3 ਪੇਅਰ ਬਚ ਜਾਂਦੇ ਆ। ਹੁਣ ਤੀਸਰੀ ਟਾਈਪ ਬੇਟੇ ਲਾਸਟ ਮੈਟੈਲਿਕ ਔਰ ਨॉन ਸਟੋਕਿਓਮੈਟ੍ਰਿਕ। ਤਾਂ 3 ਤਰ੍ਹਾਂ ਦੇ ਆਪਾਂ ਮੇਨ ਲਏ ਸੀ ਆਇਨਿਕ, ਕੋਵੈਲੈਂਟ ਐਂਡ ਮੈਟੈਲਿਕ। ਹੁਣ ਆਪਾਂ ਤੀਸਰੀ ਤਰ੍ਹਾਂ ਦੇ ਮੈਟੈਲਿਕ। S ਬਲੌਕ ਨੇ ਕੀ ਬਣਾਏ ਸੀ ਆਇਨਿਕ। P ਬਲੌਕ ਨੇ ਕਿਹੜੇ ਬਣਾਤੇ ਬੇਟੇ ਜਿਹੜੇ ਕੋਵੈਲੈਂਟ। ਤਾਂ ਮੈਟੈਲਿਕ ਕੌਣ ਬਣਾਏਗਾ D ਐਂਡ F ਬਲੌਕ। ਬਸ ਸਾਰੇ ਤਰ੍ਹਾਂ ਦੇ ਆਪਾਂ ਕਿਹਾ ਸੀ ਹਾਈਡਰੋਜਨ ਨਾਲ ਸਾਰੇ ਕੰਪਾਊਂਡ ਬਣਾਉਂਦੇ ਆ।
ਤਾਂ ਇਹਨੂੰ ਸਾਰਾ ਪੀਰੀਓਡਿਕ ਟੇਬਲ ਹੀ ਯਾਦ ਹੋ ਜਾਏਗਾ ਤੁਹਾਨੂੰ। ਐਸ ਬਲੌਕ ਦੇ ਬਣਾਉਣਗੇ, ਕਿਹੜੇ ਬਣਾਏ ਸੀ? ਆਇਨਿਕ। ਪੀ ਬਲੌਕ ਨੇ ਕੋਵੈਲੈਂਟ, ਡੀ ਬਲੌਕ ਮੈਟੈਲਿਕ ਬਣਾਏਗਾ। ਔਰ ਇੰਟਰਸਟੀਸ਼ੀਅਲ ਹਾਈਡਰਾਈਡਸ, these are formed by many D block and F block elements. Unlike ionic hydrides, ਆਇਨਿਕ ਹਾਈਡਰਾਈਡਸ ਦੀ ਤਰ੍ਹਾਂ ਜਿਹੜੇ ਆਪਾਂ ਕਿਹਾ ਸੀ ਆਇਨਿਕ ਹਾਈਡਰਾਈਡ ਹਮੇਸ਼ਾ ਸਟੋਕਿਓਮੈਟ੍ਰਿਕ ਹੁੰਦੇ ਆ ਕਿ ਜੋ ਫਾਰਮੂਲੇ 'ਚ ਹੁੰਦਾ ਉਹੀ ਅਸਲ ਦੇ ਵਿੱਚ ਕੰਪਾਊਂਡ ਬਣਾਉਂਦੇ ਆ, ਪਰ ਇਹ ਕੀ ਹੁੰਦੇ ਆ ਬੇਟੇ? ਨਾਨ ਸਟੋਕਿਓਮੈਟ੍ਰਿਕ। ਬੀਇੰਗ ਡੈਫੀਸ਼ੀਐਂਟ ਇਨ ਹਾਈਡਰੋਜਨ, ਹਾਈਡਰੋਜਨ ਦੀ ਕਮੀ ਹੁੰਦੀ ਹੈ ਇਹਨਾਂ ਦੇ ਵਿੱਚ। ਜਿਵੇਂ ਆਪਾਂ ਐਗਜ਼ਾਮਪਲ ਬਣਾ ਲਈ TiH 1.73, ਮਤਲਬ TiH ਦੀ ਜਿਹੜੀ ਰੇਸ਼ੋ ਹੈ 1.7, ਅਸਲ 'ਚ TiH3 ਬਣਨਾ ਚਾਹੀਦਾ ਹੈ, ਅਸਲ 'ਚ ਰੇਸ਼ੋ ਤੇ ਦੀ ਇਹ ਹੋਣੀ ਚਾਹੀਦੀ ਹੈ, ਪਰ 1.72 ਮਤਲਬ ਹਾਈਡਰੋਜਨ ਘੱਟ ਹੁੰਦੀ ਹੈ। ਲੈਂਥਾਨਮ ਹਾਈਡਰਾਈਡ, ਇਹ ਡੀ ਬਲੌਕ ਦਾ, ਇਹ F ਬਲੌਕ ਦਾ ਐਲੀਮੈਂਟ ਹੈ। ਇਹਦੇ ਵਿੱਚ H 2.87 ਹੋਣੀ ਚਾਹੀਦੀ ਹੈ, H3 ਹੋਣਾ ਚਾਹੀਦਾ ਹੈ। ਰੇਸ਼ੋ ਸਾਨੂੰ ਦੱਸਦੀ ਹੈ ਕਿ 1:3 ਰੇਸ਼ੋ ਹੈ, ਪਰ ਇੱਥੇ 1:2.87, ਇੱਥੇ 1:3 ਹੋਣੀ ਚਾਹੀਦੀ ਸੀ, 1:1.738, ਮਤਲਬ ਕਿ ਹਾਈਡਰੋਜਨ ਦੀ ਕਮੀ ਹੈ। ਠੀਕ ਹੈ, ਇਹਨਾਂ ਨੂੰ ਇਸੇ ਕਰਕੇ ਅਸੀਂ ਨਾਨ ਸਟੋਕਿਓਮੈਟ੍ਰਿਕ ਕਹਿੰਦੇ ਹਾਂ ਇਹਨਾਂ ਨੂੰ। ਇਨ ਸੱਚ ਹਾਈਡਰਾਈਡਸ ਲਾਅ ਆਫ ਕਨਸਟੈਂਟ ਕੰਪੋਜੀਸ਼ਨ ਡਸ ਨਾਟ ਹੋਲਡ ਗੁੱਡ। ਆਪਾਂ ਲਾਅ ਆਫ ਕਨਸਟੈਂਟ ਕੰਪੋਜੀਸ਼ਨ ਦਾ ਕੀ ਕਹਿੰਦੇ ਸੀ ਕਿ ਜਿੰਨਾ ਸਾਨੂੰ ਫਾਰਮੂਲੇ 'ਚ ਦਿੱਤਾ ਹੁੰਦਾ ਉਹਨਾਂ ਦੀ ਰੇਸ਼ੋ ਹੈ ਜਿਹੜੀ ਸੇਮ ਹੁੰਦੀ ਹੈ, ਤਾਂ ਇੱਥੇ ਲਾਅ ਆਫ ਕਨਸਟੈਂਟ ਕੰਪੋਜੀਸ਼ਨ ਹੈ ਜਿਹੜੀ ਉਹ ਕੀ ਹੋਏਗੀ? ਹੋਏਗਾ ਹੀ ਨਹੀਂ, ਸਹੀ ਨਹੀਂ ਹੋਏਗਾ ਇਹ ਲਾਅ। ਆਪਾਂ ਇਹਨਾਂ ਨੂੰ ਨਾ ਕਿਹਾ ਜਾਂਦਾ ਸੀ ਕਿ ਜਿਹੜੇ ਮੈਟੈਲਿਕ ਸੋਲਿਡਸ ਹੈ ਨਾ ਉਹ ਇੰਟਰਸਟੀਸ਼ੀਅਲ ਸੋਲਿਡਸ ਹੁੰਦੇ ਆ, ਮਤਲਬ ਹਾਈਡਰੋਜਨ ਬਹੁਤ ਛੋਟੀ ਜਿਹੀ ਹੈ, ਤਾਂ ਜਦੋਂ ਮੈਟਲ ਦਾ ਕੰਪਾਊਂਡ ਬਣਿਆ ਹੋਇਆ ਹੁੰਦਾ ਨਾ, ਮੈਟਲ ਦਾ ਲੈਟਸ ਬਣਿਆ ਹੁੰਦਾ ਹੈ, ਤਾਂ ਜਿਹੜੀਆਂ ਉਹਦੀਆਂ ਸਪੇਸਿਸ ਬਚੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਇੰਟਰਸਟੀਸ਼ੀਅਲ ਸਾਈਡਸ ਕਹਿੰਦੇ ਆ। ਉਹਨਾਂ ਦੇ ਵਿੱਚ ਜਾ ਕੇ ਹਾਈਡਰੋਜਨ ਫਿੱਟ ਹੋ ਜਾਂਦਾ ਹੈ, ਇਹ ਆਮ ਤੌਰ ਤੇ ਕਿਹਾ ਜਾਂਦਾ ਸੀ। ਪਰ ਲੇਟੈਸਟ ਸਟੱਡੀਜ਼ ਹੈ ਨਾ ਜਿਹੜੀਆਂ, ਉਹਨਾਂ ਨੇ ਬੇਟੇ ਦੱਸਿਆ ਕਿ ਜਿਹੜੇ ਨਿਕਲ, ਪਲੈਟੀਨਮ, ਠੀਕ ਹੈ, CE ਤੇ AC, ਇਹ ਜਿਹੜੇ ਕੰਪਾਊਂਡਸ ਹੈ ਇਹ ਸਿਰਫ ਇੰਟਰਸਟੀਸ਼ੀਅਲ ਨੇਚਰ ਦੇ ਹੁੰਦੇ ਹੈ। ਠੀਕ ਹੈ, which means that hydrogen atoms occupy the interstitial sites, ਮਤਲਬ ਜਿਹੜੀਆਂ ਉਹਨਾਂ ਦੀ ਬਚੀਆਂ ਲੈਟਸ ਬਣ ਗਿਆ, ਜਿਹੜੀ ਸਪੇਸ ਬਚ ਗਈ ਉਹਦੇ ਵਿੱਚ ਫਿੱਟ ਹੋ ਜਾਣਾ ਹੈ ਹਾਈਡਰੋਜਨ ਨੇ। ਪਰ ਅਦਰ ਹਾਈਡਰਾਈਡਸ ਹੈਵ ਜਿਹੜਾ ਡਿਫਰੈਂਟ ਲੈਟਸ, ਉਹਨਾਂ ਦਾ ਅਲੱਗ ਲੈਟਸ ਹੁੰਦਾ, ਮਤਲਬ ਪੂਰੇ ਲੈਟਸ ਦੇ ਵਿੱਚ ਹੀ ਉਹ ਫਿੱਟ ਹੁੰਦੇ ਆ। ਇਟ ਫਾਰਮ ਫਰੋਮ ਦੈਟ ਆਫ ਦਾ ਪੇਰੈਂਟ ਮੈਟਲ। ਜੋ ਮੈਟਲ ਦਾ ਲੈਟਸ ਬਣਿਆ ਹੋਇਆ ਸੀ ਉਹ ਨਹੀਂ ਹੋਏਗਾ, ਜਿਹੜਾ ਉਹਦਾ ਹਾਈਡਰਾਈਡ ਬਣਾਏਗਾ ਉਹਦਾ ਲੈਟਸ ਡਿਫਰੈਂਟ ਹੋਏਗਾ, ਮਤਲਬ ਪੂਰਾ ਸਟਰਕਚਰ ਬਣਾਉਣਗੇ। ਠੀਕ ਹੈ, ਅਗਲੇ ਲੈਕਚਰ ਦੇ ਵਿੱਚ ਆਪਾਂ ਬੇਟੇ ਇਹਦਾ ਹਾਈਡਰੋਜਨ ਦਾ ਅਗਲਾ ਕੰਪਾਊਂਡ ਪੜਾਂਗੇ, ਜਿਹਦੇ ਹੁਣ ਆਪਾਂ ਹਾਈਡਰਾਈਡਸ ਪੜ੍ਹੇ ਆ ਨਾ, ਅੱਗੇ ਆਪਾਂ ਪੜਾਂਗੇ ਵਾਟਰ। ਮਤਲਬ ਹੈ ਤਾਂ ਕੰਪਾਊਂਡ ਹੀ, ਹੁਣ ਆਪਾਂ ਮੇਨ ਇਹਨਾਂ ਦੇ ਵਿੱਚ ਇਹ ਵੀ ਹਾਈਡਰਾਈਡ ਹੀ ਹੈ ਆਕਸੀਜਨ ਦਾ, ਪਰ ਆਪਾਂ ਵਾਟਰ ਨੂੰ ਇੱਥੇ ਡਿਟੇਲ ਦੇ ਵਿੱਚ ਪੜ੍ਹਨਾ ਹੈ।